जियों जाने तिस अंतर रवै हर नाम बाणी गुरु गुरु है बाणी विच बाणी अमृत सारे गुरबाणी कहे सेवक जन मानै पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वास होए गौड़ी ग्वारे रे महला पंजवा हम तनवंत पागठ जस नाय हर गुण गावे सहज सुबाए रहा प्यूदा देखा खोल डिठा खजाना ता मेरे मन पया निदाना रतन लाल जहाँ का कछु न मोल परे पंडार अखूट अतोल खावे खर्च रल मिल पाई तोट न आवे वध दो जाई कहो नानक जिस मस्तक लेख लिखाए सो एत खजाने लया रलाए कहो नानक जिस मस्तक लेख लिखाए सो एत खजाने लया रलाए। वाहिगुरु जी का खालसा वाहिगुरु जी की फतेह। ये पावन शब्द गौड़ी ग्वारेरी राग अंदर पंजवें पातशाह गुरु अर्जन देव महाराज जी के पवित्र मुख तो उच्चारण होया 185-86 अंग ते दर्ज है। इस शब्द की विचार भाई कोमल सिंह जी कृष्णा पार्क वाले आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्नवाद।
ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਹੜ੍ਹ ਪੀੜਤਾਂ ਵਾਸਤੇ ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਕਾਊਂਟਰ ਬਣਿਆ ਹੈ, ਉੱਥੇ ਆਪ ਜੀ ਮਾਇਆ ਦੇ ਕੇ ਰਸਦ ਦੇ ਕੇ ਸੇਵਾ ਕਰ ਸਕਦੇ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਗੁਰਪੁਰਬ 16 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਮਹੀਨੇ ਦੀ ਸੰਗਰਾਂਦ 17 ਤਰੀਕ ਨੂੰ ਹੈ। ਘਰਾਂ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ, ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਾ ਖੋਵੈ। ਗੁਰ ਨਵਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਪਰਮ ਸਤਿਕਾਰਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਈਮਾਨ ਸਤਿਗੁਰ ਜੀ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬੜੇ ਹੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਹੋ। ਬੜੇ ਪਿਆਰ ਦੇ ਨਾਲ ਆਪ ਜੀ ਨੇ ਗੁਰਦੁਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਪਾਸੋਂ ਜੋ ਲੜੀਵਾਰ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 185 ਅੰਗ ਸਾਹਿਬ ਤੇ ਗੌੜੀ ਗੁਆਰੇਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੁਭਾਈਮਾਨ ਹੈ। ਆਓ ਜੀ ਬੜੇ ਪਿਆਰ ਦੇ ਨਾਲ ਫਤਿਹ ਨਾਲ ਸਾਂਝ ਪਾ ਕੇ ਪਾਵਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਨੂੰ
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਣੀ ਕੇ ਬੋਹਿਥੇ ਦਾ ਖਿਤਾਬ ਦਿੱਤਾ ਹੈ। ਬਾਣੀ ਦਾ ਜਹਾਜ਼। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਦੇ ਕੋਲ ਜਦੋਂ ਇਹ ਅਮੋਲਕ ਖਜ਼ਾਨਾ, ਇਹ ਅਮੋਲਕ ਦਾਤ ਬਾਣੀ ਰੂਪ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਪਾਸੋਂ ਪ੍ਰਾਪਤ ਹੁੰਦੀ ਹੈ, ਤਾਂ ਇਸ ਕੀਮਤੀ ਖਜ਼ਾਨੇ ਦੇ ਬਾਬਤ ਸਤਿਗੁਰ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਸ ਖਜ਼ਾਨੇ ਦੀ ਕੀਮਤ ਨੂੰ ਸਮਝਾਉਣ ਦਾ ਇੱਕ ਯਤਨ ਕੀਤਾ ਹੈ ਕਿ ਇਹ ਖਜ਼ਾਨਾ ਕਿੰਨਾ ਕੀਮਤੀ ਹੈ। ਤੇ ਇਸ ਖਜ਼ਾਨੇ ਨੂੰ ਪਾਉਣ ਵਾਲਾ, ਜਿਸ ਦੇ ਮਨ ਵਿੱਚ ਇਹ ਖਜ਼ਾਨਾ ਵਸ ਜਾਂਦਾ ਹੈ, ਜਿਹੜਾ ਇਸ ਖਜ਼ਾਨੇ ਦੀ ਕੀਮਤ ਨੂੰ ਜਾਣ ਲੈਂਦਾ ਹੈ, ਜਿਵੇਂ ਇਹ ਖਜ਼ਾਨਾ ਕੀਮਤੀ ਹੈ, ਉਸੇ ਤਰ੍ਹਾਂ ਇਸ ਖਜ਼ਾਨੇ ਨੂੰ ਮਨ ਵਿੱਚ ਵਸਾਉਣ ਵਾਲੇ ਦਾ ਜੀਵਨ ਵੀ ਕੀਮਤੀ ਬਣ ਜਾਂਦਾ ਹੈ। ਕਿਉਂਕਿ ਅਕਾਲ ਪੁਰਖ ਪਰਮਾਤਮਾ ਆਪ ਕੀਮਤ ਤੋਂ ਰਹਿਤ ਹੈ, ਤੇ ਜੇ ਪਰਮਾਤਮਾ ਕੀਮਤ ਤੋਂ ਰਹਿਤ ਹੈ, ਜਿਸ ਪਰਮਾਤਮਾ ਦਾ ਇਹ ਕੀਮਤੀ ਖਜ਼ਾਨਾ ਹੈ ਨਾ, ਤਾਂ ਫਿਰ ਉਹਨਾਂ ਦੀ ਵੀ ਕੋਈ ਕੀਮਤ ਤੇ ਕੋਈ ਮੁੱਲ ਨਹੀਂ ਪਾ ਸਕਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜੋ ਆਪਾਂ ਪਹਿਲੀ ਪੰਕਤੀ ਪੜਾਂਗੇ, ਹਮ ਤਨਵੰਤ ਭਾਗਠ ਸਚ ਨਾਏ। ਤਨਵੰਤ ਦੀ ਗੱਲ ਕੀਤੀ ਹੈ। ਧਨਵੰਤ ਉਹ ਹੁੰਦਾ ਹੈ ਜਿਹਦੇ ਕੋਲ ਧਨ ਪਦਾਰਥ ਹੋਵੇ, ਪਰ ਧਨੀ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਸੰਸਾਰਕ ਤੌਰ ਤੇ ਧਨੀ ਤੇ ਇੱਕ ਅਧਿਆਤਮਿਕ ਤੌਰ ਤੇ ਧਨੀ। ਜ਼ਰੂਰੀ ਨਹੀਂ ਕਿ ਜਿਹਦੇ ਕੋਲ ਸੰਸਾਰਕ ਤੌਰ ਤੇ ਧਨ ਹੈ, ਦੌਲਤ ਹੈ, ਉਹੀ ਧਨੀ ਹੋਵੇ। ਧਨੀ ਹੋਣ ਦਾ ਸੰਬੰਧ ਸੰਸਾਰ ਦੀ ਦੌਲਤ ਨਾਲ ਨਹੀਂ ਹੈ। ਹਾਂ, ਸੰਸਾਰ ਦੀ ਨਿਗਾਹ ਦੇ ਵਿੱਚ ਧਨ ਦੌਲਤ ਬਹੁਤਾ ਹੋਣ ਕਰਕੇ ਉਸ ਨੂੰ ਧਨੀ ਹੋਣ ਦਾ ਖਿਤਾਬ ਦਿੱਤਾ ਜਾਏਗਾ ਵੀ ਤੂੰ ਧਨਵਾਨ ਹੈ, ਤੇਰੇ ਕੋਲ ਬੜਾ ਧਨ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਸੰਸਾਰ ਦੇ ਅੰਦਰ ਹਕੀਕਤ ਵਿੱਚ ਧਨਵਾਨ ਹੈ ਕੌਣ। ਜਦੋਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਬਾਣੀ ਨੂੰ ਰਤਨ ਦਾ ਖਿਤਾਬ ਦਿੱਤਾ ਹੈ, ਹੀਰੇ ਮੋਤੀਆਂ ਦਾ ਖਿਤਾਬ ਦਿੱਤਾ ਹੈ। ਇਹ ਕੀਮਤੀ ਮੋਤੀ ਨੇ, ਹੀਰੇ ਨੇ, ਤੇ ਇਹਨਾਂ ਨੂੰ ਚੁਗਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਜਿਹੜੇ ਹੰਸ ਰੂਪ ਸਿੱਖ ਨੇ ਨਾ, ਉਹ ਇਸ ਕੀਮਤੀ ਮੋਤੀਆਂ ਨੂੰ ਚੁਗਦੇ ਨੇ, ਹਾਸਲ ਕਰਦੇ ਨੇ, ਜੀਵਨ 'ਚ ਧਾਰਨ ਕਰਦੇ ਹੈ। ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਉਹ ਇਸ ਸੰਸਾਰ ਦੇ ਅੰਦਰ ਹਕੀਕਤ ਦੇ ਵਿੱਚ ਧਨਵਾਨ ਨੇ, ਧਨੀ ਨੇ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਤਰਿਓ ਮੇਰਾ ਮਾਥਾ। ਜਦੋਂ ਗੁਰੂ ਨੇ ਮੇਰੇ ਮਸਤਕ ਤੇ, ਮੇਰੇ ਮੱਥੇ ਤੇ ਆਪਣਾ ਹੱਥ ਰੱਖ ਦਿੱਤਾ ਨਾ, ਤਾਂ ਐਸੀ ਕਿਰਪਾ ਬਖਸ਼ਿਸ਼ ਹੋਈ ਕਿ ਮੇਰਾ ਹਿਰਦਾ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨਾਲ ਭਰ ਗਿਆ, ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਹਿਰਦਾ ਭਰ ਗਿਆ। ਤੇ ਸਤਿਗੁਰੂ ਜੀ ਨੇ ਜਿੱਥੇ ਇਸ ਨਾਮ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਕੀਤੀ ਹੈ ਕਿ ਇਸ ਕਰਕੇ ਅਸੀਂ ਧਨਵਾਨ ਹਾਂ। ਸੰਗਤ ਜੀ, ਸਾਨੂੰ ਇਸ ਗੱਲ ਤੇ ਮਾਣ ਹੋਵੇ, ਬੇਸ਼ੱਕ ਸੰਸਾਰਕ ਤੌਰ ਤੇ ਕਿਸੇ ਕੋਲ ਦੌਲਤ ਬਹੁਤ ਘੱਟ ਹੈ, ਉਹਦੇ ਕੋਲ ਜ਼ਮੀਨ ਜਾਇਦਾਦ ਨਹੀਂ, ਉਹਦੇ ਕੋਲ ਧਨ ਦੌਲਤ ਨਹੀਂ, ਪਰ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਸਿਮਰਨ ਵਸਦਾ ਹੈ, ਉਹਨਾਂ ਨੂੰ ਇਸ ਦੌਲਤ ਤੋਂ ਵੀ ਉੱਪਰ ਰੱਖਿਆ ਹੈ। ਉਹ ਸੰਸਾਰ ਦੇ ਸਭ ਤੋਂ ਧਨੀ ਮਨੁੱਖ ਨੇ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਇਹ ਨਾਮ ਨਹੀਂ ਵਸਦਾ, ਸਤਿਗੁਰੂ ਜੀ ਉਹਨਾਂ ਦੀ ਵੀ ਗੱਲ ਕਰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੂਈ ਦੇ ਫਿਰੈ ਬਿਨ ਨਾਵੈ, ਉਹ ਇੱਕ ਖੱਪ ਖੱਪ ਮੂਏ ਕਰਾਂਝਾ। ਉਹ ਆਪਣੇ ਜੀਵਨ ਨੂੰ ਖੁਆਰ ਕਰਦੇ ਨੇ, ਵਕਾਰਾਂ ਦੇ ਅਧੀਨ ਹੋ ਕੇ ਆਪਣੀ ਜ਼ਿੰਦਗੀ ਨੂੰ, ਇਸ ਅਮੋਲਕ ਖਜ਼ਾਨੇ ਨੂੰ ਖਰਾਬ ਕਰ ਲੈਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਚੇਤੇ ਰੱਖਣਾ, ਇਹ ਧਨ ਜਿਨ੍ਹਾਂ ਦੇ ਕੋਲ ਹੈ ਨਾ,
ਉਹ ਆਪ ਵੀ ਕੀਮਤੀ ਹੈ ਤੇ ਇਹ ਧਨ ਵੀ ਕੀਮਤੀ ਹੈ। ਜਦੋਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਅਕਾਲ ਪੁਰਖ ਪਰਮਾਤਮਾ ਆਪ ਅਮੁੱਲਕ ਹੈ, ਜਿਸ ਦੀ ਕੋਈ ਕੀਮਤ ਨਹੀਂ। ਤੇ ਜਿਹੜਾ ਇਸ ਧਨ ਦੀ ਪ੍ਰਾਪਤੀ ਕਰਦਾ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਇਹ ਧਨ ਵਸ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਇਸ ਸੰਸਾਰ ਦੇ ਅੰਦਰ ਧਨਵਾਨ ਹੈ। ਜਿਨ ਕੈ ਪੱਲੇ ਧਨ ਵਸੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਬਹੁਤਾ ਧਨ ਹੈ, ਦੌਲਤ ਹੈ, ਪੈਸਾ ਹੈ, ਸ਼ੌਹਰਤ ਹੈ, ਉਹ ਕੀ ਹਨ? ਬੇਸ਼ੱਕ ਉਹਨਾਂ ਕੋਲ ਦੌਲਤ ਤੇ ਧਨ ਤੇ ਸ਼ੌਹਰਤ ਤੇ ਹੈਗੀ ਹੈ, ਸਤਿਗੁਰੂ ਜੀ ਕਹਿੰਦੇ ਤਿਨ ਕਾ ਨਾਉ ਫਕੀਰ। ਫਕੀਰ ਮਤਲਬ ਕੰਗਾਲ। ਜੇਕਰ ਆਤਮਿਕ ਗੁਣ ਹਿਰਦੇ ਵਿੱਚ ਨਹੀਂ ਨਾ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਹੈ, ਕੱਲੀ ਦੌਲਤ ਤੇ ਸ਼ੌਹਰਤ ਹੈ ਸੰਸਾਰਕ ਤੌਰ ਤੇ, ਪਰ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹ ਕੰਗਾਲ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਹੇ ਮਾਲਕ ਜੀ, ਜਿਨ ਕੈ ਹਿਰਦੈ ਤੂੰ ਵਸੈ। ਹੇ ਪਰਮਾਤਮਾ, ਜਿਨ੍ਹਾਂ ਦੇ ਹਿਰਦੇ 'ਚ ਤੇਰਾ ਵਾਸਾ ਹੋ ਜਾਂਦਾ ਹੈ, ਤੇ ਨਰ ਗੁਣੀ ਗਹੀਰ। ਅਸਲ ਵਿੱਚ ਉਹ ਮਨੁੱਖ ਇਸ ਸੰਸਾਰ ਤੇ ਸਭ ਤੋਂ ਅਮੀਰ ਤੇ ਧਨਵਾਨ ਨੇ, ਜਿਨ੍ਹਾਂ ਦੇ ਹਿਰਦੇ 'ਚ ਤੇਰਾ ਨਾਮ ਵਸਦਾ ਹੈ। ਇਸ ਕਰਕੇ ਮਾਲਕ ਜੀ ਕਿਰਪਾ ਕਰ ਰਹੇ ਨੇ। ਹਮ ਧਨਵੰਤ। ਸਤਿਗੁਰੂ ਜੀ ਕਹਿੰਦੇ ਮੈਂ ਧਨਵਾਨ ਹੋ ਗਿਆ, ਮੇਰੇ ਕੋਲ ਬਹੁਤ ਧਨ ਆ ਗਿਆ। ਧਨ ਕਿਹੜਾ ਆਇਆ ਹੈ? ਨਾਮ ਦਾ। ਧਨ ਕਿਹੜਾ ਆਇਆ ਹੈ? ਭਗਤੀ ਦਾ। ਕਿਉਂਕਿ ਇਹ ਭਗਤੀ ਦਾ ਖਜ਼ਾਨਾ ਜਿਹੜਾ ਹੈ ਨਾ, ਇਹ ਗੁਰੂ ਕੋਲੋਂ ਮਿਲੇਗਾ। ਹਮ ਧਨਵੰਤ, ਧਨਵਾਨ ਹੋ ਗਏ। ਸਾਡੇ ਕੋਲ ਅਮੋਲਕ ਦਾਤ ਆ ਗਈ, ਅਮੋਲਕ ਖਜ਼ਾਨਾ ਆ ਗਿਆ। ਭਾਗਠ ਸੱਚ ਨਾਏ। ਭਾਗਠ ਕਹਿੰਦੇ ਹਨ, ਭਾਗਠ ਦਾ ਅਰਥ ਹੈ ਭਾਗਾਂ ਵਾਲੇ। ਧਨਵਾਨ ਤੇ ਹੋਏ ਹੀ ਆ, ਭਾਗਾਂ ਵਾਲੇ ਵੀ ਹੋ ਗਏ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਜੋ ਸੱਚਾ ਨਾਮ ਹੈ, ਸਦੀਵੀ ਹੋਂਦ ਵਾਲਾ ਨਾਮ ਹੈ ਨਾ, ਇਹ ਨਾਮ ਹਿਰਦੇ ਵਿੱਚ ਵਸ ਗਿਆ। ਤੇ ਪਰਮਾਤਮਾ ਦੇ ਕੀਮਤੀ ਸੱਚੇ ਨਾਮ ਨੇ, ਕਾਇਮ ਰਹਿਣ ਵਾਲੇ ਨਾਮ ਨੇ ਮੈਨੂੰ ਭਾਗਾਂ ਵਾਲਾ ਵੀ ਕਰ ਦਿੱਤਾ ਤੇ ਧਨਵਾਨ ਵੀ ਕਰ ਦਿੱਤਾ। ਤੇ ਇਤਿਹਾਸ ਦੀ ਗਵਾਹੀ ਮਿਲਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵਕਤ ਉਦਾਸੀਆਂ ਤੇ ਜਾਂਦੇ ਨੇ, ਇੱਕ ਤਰਫ ਮਲਕ ਭਾਗੋ ਹੈ ਤੇ ਇੱਕ ਤਰਫ ਭਾਈ ਲਾਲੋ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਦਾ ਦਰਵਾਜ਼ਾ ਖੜਕਾਉਂਦੇ ਨੇ, ਜਿਸ ਦੇ ਘਰ ਵਿੱਚ ਜਾਂਦੇ ਨੇ, ਉਹ ਅਮੀਰ ਲਾਲੋ, ਜਿਹੜਾ ਸੱਚਮੁੱਚ ਹਿਰਦੇ ਕਰਕੇ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਵਸੇ ਹੋਏ ਨੇ, ਤੇ ਸੱਚਮੁੱਚ ਧਨਵਾਨ ਹੈ। ਪਰ ਚੇਤੇ ਰੱਖਣਾ, ਜੇ ਆਰਥਿਕ ਪੱਖ ਤੋਂ ਦੇਖਿਆ ਜਾਵੇ ਤਾਂ ਲਾਲੋ ਦੇ ਘਰ 2 ਵਕਤ ਦੀ ਰੋਟੀ ਵੀ ਖਾਣ ਵਾਸਤੇ ਨਹੀਂ ਹੈਗੀ, ਗੁਜ਼ਾਰਾ ਕਰਦਾ ਮਸਾ ਹੁੰਦਾ ਹੈ। ਪਰ ਗੁਰੂ ਨਾਨਕ ਸਾਹਿਬ ਕਿਹਦੇ ਘਰ ਜਾ ਕੇ, ਕਿਹਨਾਂ ਦੇ ਘਰ ਤੋਂ ਪ੍ਰਸ਼ਾਦਾ ਛਕਿਆ, ਕਿਸ ਨੂੰ ਮਾਣ ਦਿੱਤਾ? ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਜਾਂਦੇ ਹੈ। ਤੇ ਇੱਕ ਪਾਸੇ ਮਲਕ ਭਾਗੋ ਹੈ, ਜਿਹਦੇ ਕੋਲ ਦੌਲਤ ਤੇ ਸ਼ੌਹਰਤ ਦਾ ਕੋਈ ਅੰਤ ਨਹੀਂ, ਜਿਹਦੇ ਕੋਲ ਸੰਸਾਰਕ ਤੌਰ ਤੇ ਮਾਇਆ ਦੀ ਕੋਈ ਘਾਟ ਤੇ ਕੋਈ ਕਮੀ ਨਹੀਂ। ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ ਲਾਲੋਂ ਨੂੰ। ਤੇ ਇਸ ਗੱਲ ਨੂੰ ਅਸੀਂ ਸਮਝਣਾ ਹੈ, ਪਰਮਾਤਮਾ ਦਾ ਜਿਹੜਾ ਨਾਮ ਜਦੋਂ ਹਿਰਦੇ 'ਚ ਵਸ ਜਾਂਦਾ ਹੈ, ਤਾਂ ਫਿਰ ਅਸੀਂ ਧਨਵਾਨ ਵੀ ਹੋ ਜਾਂਦੇ ਹਾਂ ਅਤੇ ਭਾਗਾਂ ਵਾਲੇ ਵੀ ਹੋ ਜਾਂਦੇ ਹਾਂ। ਹਰ ਗੁਣ ਗਾਵੇਂ ਸਹਿਜ ਸੁਭਾਏ। ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ, ਜਦੋਂ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਈ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ, ਜੀਵਨ 'ਚ ਧਾਰਨ ਕੀਤਾ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ ਜੀਵਨ ਦੇ ਅੰਦਰ ਇੱਕ ਅਵਸਥਾ ਬਣੀ ਹੈ। ਉਹ ਅਵਸਥਾ ਕੀ ਹੈ? ਸਹਿਜ ਸੁਭਾਏ। ਸਹਿਜ ਮਤਲਬ ਆਤਮਿਕ ਅਡੋਲਤਾ ਵਾਲਾ ਜੀਵਨ ਮਿਲ ਗਿਆ। ਹੁਣ ਮੈਂ ਆਪਣੇ ਜੀਵਨ ਵਿੱਚ ਡੋਲਦਾ ਨਹੀਂ, ਨਾ ਵਿਕਾਰਾਂ ਕਰਕੇ, ਨਾ ਲਾਲਚ ਕਰਕੇ, ਨਾ ਕਿਸੇ ਹੋਰ ਕਾਰਨ ਕਰਕੇ। ਇੱਕ ਜੀਵਨ 'ਚ ਸਹਿਜ ਅਵਸਥਾ ਆ ਗਈ, ਆਤਮਿਕ ਅਡੋਲਤਾ ਵਾਲਾ ਜੀਵਨ ਮਿਲ ਗਿਆ। ਤੇ ਦੂਸਰੀ ਕਿਰਪਾ ਹੋਈ ਸੁਭਾਏ ਦਾ ਮਤਲਬ ਅਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਵਿੱਚ ਲਗਨ ਲੱਗ ਗਈ। ਪਹਿਲਾਂ ਲਗਨ ਨਹੀਂ ਸੀ ਲੱਗਦੀ,
ਪਹਿਲਾਂ ਪਰਮਾਤਮਾ ਦੇ ਇਸ ਅਮੋਲਕ ਖਜ਼ਾਨੇ ਨੂੰ ਜਦੋਂ ਪੜ੍ਹਨਾ ਹੈ, ਜਦੋਂ ਵਿਚਾਰਨਾ ਹੈ, ਜਦੋਂ ਸੁਣਨਾ ਹੈ ਤੇ ਰਸ ਨਹੀਂ ਸੀ ਆ ਰਿਹਾ, ਆਨੰਦ ਨਹੀਂ ਸੀ ਆ ਰਿਹਾ। ਹੁਣ ਆਤਮਿਕ ਜੀਵਨ ਵੀ ਉਚੇਰਾ ਹੋ ਗਿਆ ਤੇ ਜਿਹੜਾ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ ਤੇ ਜਪਣ ਕਰਕੇ ਜੀਵਨ ਵਿੱਚ ਪ੍ਰੇਮ ਵੀ ਆ ਗਿਆ। ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜੇਕਰ ਗੱਲ ਕੀਤੀ ਜਾਵੇ ਕਿ ਅਕਾਲ ਪੁਰਖ ਪਰਮਾਤਮਾ ਨਾਲ ਗੱਲ ਕਰਨੀ ਹੋਵੇ, ਅਕਾਲ ਪੁਰਖ ਪਰਮਾਤਮਾ ਨਾਲ ਸਾਂਝ ਪਾਉਣੀ ਹੋਵੇ ਤੇ ਕਿਹੜੀ ਭਾਸ਼ਾ ਪਰਮਾਤਮਾ ਨੂੰ ਸਮਝ ਆਉਂਦੀ ਹੈ, ਕਿਸ ਭਾਸ਼ਾ ਵਿੱਚ ਪਰਮਾਤਮਾ ਨਾਲ ਗੱਲ ਕੀਤੀ ਜਾਵੇ, ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਜਪਜੀ ਸਾਹਿਬ ਦੇ ਅੰਦਰ ਹੀ ਦੱਸ ਦਿੱਤਾ, ਭਾਖਿਆ ਭਾਉ ਅਪਾਰ। ਅਕਾਲ ਪੁਰਖ ਪਰਮਾਤਮਾ ਦੇ ਨਾਲ ਜੇ ਗੱਲ ਕਰਨੀ ਹੈ, ਅਕਾਲ ਪੁਰਖ ਪਰਮਾਤਮਾ ਨੂੰ ਦੁਨਿਆਵੀ ਜੋ ਬੋਲੀ ਭਾਸ਼ਾਵਾਂ ਨੇ ਉਹਦੀ ਸਮਝ ਨਹੀਂ, ਅਕਾਲ ਪੁਰਖ ਪਰਮਾਤਮਾ ਨੂੰ ਇੱਕੋ ਭਾਸ਼ਾ ਆਉਂਦੀ ਹੈ, ਉਹ ਹੈ ਬਹੁਤ ਹੀ ਜ਼ਿਆਦਾ ਪ੍ਰੇਮ ਤੇ ਪਿਆਰ ਵਾਲੀ ਭਾਸ਼ਾ। ਹੁਣ ਸਾਡੇ ਕੋਲ ਤੇ ਜ਼ੁਬਾਨ ਹੈ, ਅਸੀਂ ਤਾਂ ਆਪਣੇ ਦੁੱਖ ਸੁੱਖ ਪਰਮਾਤਮਾ ਦੇ ਕੋਲ ਆ ਕੇ ਜ਼ੁਬਾਨ ਤੋਂ ਬੋਲ ਕੇ ਦੱਸ ਦਿਆਂਗੇ, ਕਹਿ ਦਿਆਂਗੇ। ਜੇਕਰ ਕੋਈ ਸਰੀਰਕ ਰੋਗ ਹੈ, ਡਾਕਟਰ ਨੂੰ ਜਾ ਕੇ ਦੱਸ ਸਕਦੇ ਹਾਂ। ਪਰ ਜੇ ਜਿਨ੍ਹਾਂ ਜੀਵਾਂ ਕੋਲ ਜ਼ੁਬਾਨ ਨਹੀਂ, ਜਿਹੜੇ ਬੋਲ ਨਹੀਂ ਸਕਦੇ, ਉਹਨਾਂ ਨੇ ਆਪਣੀ ਕੋਈ ਗੱਲ ਅਕਾਲ ਪੁਰਖ ਨਾਲ ਕਰਨੀ ਹੋਵੇ ਤਾਂ ਫਿਰ ਤਾਂ ਉਹ ਬੋਲ ਹੀ ਨਹੀਂ ਸਕਦੇ। ਇਸੇ ਕਰਕੇ ਉਹਨਾਂ ਦੇ ਅੰਦਰ ਪ੍ਰੇਮ ਤੇ ਪਿਆਰ ਹੈ। ਅਕਾਲ ਪੁਰਖ ਪਰਮਾਤਮਾ ਪਿਆਰ ਦੀ ਬੋਲੀ, ਪਿਆਰ ਦੀ ਭਾਸ਼ਾ ਨੂੰ ਸਮਝਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦਾ ਸੰਬੰਧ ਹੀ ਪ੍ਰੇਮ ਵਿੱਚ ਹੈ, ਪਿਆਰ ਵਿੱਚ ਹੈ। ਜੇ ਉਸ ਪਰਮਾਤਮਾ ਨੂੰ ਪਾਉਣਾ ਹੈ ਨਾ, ਤਾਂ ਹਿਰਦੇ 'ਚ ਪਿਆਰ ਤੇ ਪ੍ਰੇਮ ਤੇ ਧਾਰਨ ਕਰਨਾ ਪੈਣਾ ਹੈ। ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਪਿਆਰ ਪ੍ਰੀਤ ਪੈਦਾ ਹੋ ਗਈ, ਅਕਾਲ ਪੁਰਖ ਪਰਮਾਤਮਾ ਦੀ ਹੋਂਦ ਪੈਦਾ ਹੋ ਗਈ, ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਉਹ ਐਸੇ ਜੀਵਨ ਵਾਲੇ ਹੋ ਜਾਂਦੇ ਨੇ ਕਿ ਫਿਰ ਆਤਮਿਕ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਵੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਣ ਦੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹ ਕਦੀ ਵੀ ਸਮਝੌਤਾ ਨਹੀਂ ਕਰਦੇ। ਉਹ ਆਪਣੇ ਫੈਸਲੇ ਤੇ ਅਟਲ ਰਹਿੰਦੇ ਨੇ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਡੋਲ ਅਵਸਥਾ ਵਿੱਚ ਟਿਕੇ ਹੋਏ ਨੇ, ਜਿਸ ਤਰ੍ਹਾਂ ਬਾਬਾ ਫਤਿਹ ਸਿੰਘ, ਜ਼ੋਰਾਵਰ ਸਿੰਘ ਇਸ ਅਵਸਥਾ ਦੇ ਮਾਲਕ ਨੇ। ਕਿੰਨੇ ਤਰ੍ਹਾਂ ਦੇ ਲਾਲਚ ਦਿੱਤੇ ਗਏ, ਕਿੰਨੇ ਤਰ੍ਹਾਂ ਦੇ ਡਰਾਵੇ ਦਿੱਤੇ ਗਏ, ਲੇਕਿਨ ਉਹਨਾਂ ਨੇ ਆਪਣਾ ਫੈਸਲਾ ਨਹੀਂ ਬਦਲਿਆ। ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ, ਵਜ਼ੀਰ ਖਾਨ ਦੇ ਨਾਲ ਗੱਲ ਕਰਦੇ ਨੇ। ਉਹਨਾਂ ਦੀ ਆਵਾਜ਼ ਵਿੱਚ ਜੋ ਗਰਜ ਹੈ, ਉਹਨਾਂ ਦੇ ਹਿਰਦੇ ਵਿੱਚ ਜੋ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਤੇ ਪ੍ਰੀਤ ਹੈ, ਭਰੋਸਾ ਹੈ, ਉਸ ਭਰੋਸੇ ਨੂੰ ਜ਼ਾਲਮ ਡਰਾ ਨਹੀਂ ਸਕੇ, ਤੋੜ ਨਹੀਂ ਸਕੇ, ਖਤਮ ਨਹੀਂ ਕਰ ਸਕੇ। ਚੜ੍ਹਦੀ ਕਲਾ ਦੇ ਨਾਲ ਜਵਾਬ ਦਿੰਦੇ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਨੇ, ਰਹਾਓ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਜੋ ਕੀਮਤੀ ਖਜ਼ਾਨਾ ਸਾਨੂੰ ਮਿਲਿਆ ਹੈ, ਇਹ ਸਾਡੇ ਵੱਡਿਆਂ ਨੇ, ਸਾਡੇ ਪਿਤਾ ਨੇ, ਸਾਡੇ ਦਾਦੇ ਨੇ ਸਾਨੂੰ ਦਿੱਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਸ ਵਿਚਾਰ ਨੂੰ ਸਮਝਣਾ, ਇਹ ਖਜ਼ਾਨਾ ਗੁਰਬਾਣੀ ਰੂਪ ਖਜ਼ਾਨਾ। ਪਿਉ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ। ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰਿਆਂ ਤੇ ਜਾ ਕੇ ਪ੍ਰਚਾਰ ਕਰ ਰਹੇ ਨੇ, ਤਾਂ ਉਹਨਾਂ ਨੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਵੀ ਆਪਣੇ ਕੋਲ ਲੈ ਕੇ ਇਕੱਠਾ ਕੀਤਾ। ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਲਿਖਤਾਂ ਨੂੰ ਲਿਆ। ਭਗਤ ਕਬੀਰ ਜੀ, ਬਾਬਾ ਫਰੀਦ ਜੀ, ਉਹਨਾਂ ਦੀ ਜੋ ਰਚਨਾਵਾਂ ਹਨ ਉਹਨਾਂ ਨੂੰ ਲਿਆ। ਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਕਿਰਪਾ ਕੀਤੀ। ਇਸ ਖਜ਼ਾਨੇ ਦੇ ਅੰਦਰ ਇੱਕ ਕੀਮਤੀ ਦਾਤ ਆਪਣੇ ਵੱਲੋਂ ਵੀ ਪਾਈ, ਜਿਸ ਨੂੰ ਜਪਜੀ ਸਾਹਿਬ ਦੀ ਬਾਣੀ ਆਖਦੇ ਹਾਂ। ਇਸ ਖਜ਼ਾਨੇ ਦੇ ਸ਼ਿੰਗਾਰ ਨੇ ਇਹ ਬਾਣੀਆਂ, ਜਪਜੀ ਸਾਹਿਬ ਦੀ ਬਾਣੀ, ਸੁਖਮਨੀ ਸਾਹਿਬ ਦੀ ਬਾਣੀ, ਆਸਾ ਦੀ ਵਾਰ ਦੀ ਬਾਣੀ। ਇੱਕ ਇੱਕ ਪੰਕਤੀ, ਇੱਕ ਇੱਕ ਲਿਖਿਆ ਸ਼ਬਦ ਇਸ ਖਜ਼ਾਨੇ ਦਾ ਸ਼ਿੰਗਾਰ ਹੈ। ਕਿਉਂਕਿ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਜੋ ਇਹ ਕੀਮਤੀ ਖਜ਼ਾਨਾ ਮੈਨੂੰ ਪ੍ਰਾਪਤ ਹੋਇਆ, ਮੈਨੂੰ ਮਿਲਿਆ ਹੈ, ਜਦੋਂ ਮੈਂ ਇਹਨੂੰ ਖੋਲ ਕੇ
ਦੇਖਿਆ, ਇਸ ਖਜ਼ਾਨੇ ਨੂੰ ਦੇਖਿਆ। ਦੇਖਣ ਦਾ ਅਰਥ ਸਮਝਣਾ, ਦੇਖਣਾ ਮਤਲਬ ਦੇਖਣਾ ਨਹੀਂ। ਜਦੋਂ ਖਜ਼ਾਨੇ ਦੀ ਵਿਚਾਰ ਕੀਤੀ, ਇਹਦੇ ਵਿੱਚ ਕਿੰਨੀਆਂ ਕੀਮਤੀ ਦਾਤਾਂ ਨੇ, ਇਹਦੇ ਵਿੱਚ ਕਿੰਨੀਆਂ ਅਮੋਲਕ ਜਿਹੜੇ ਖਜ਼ਾਨੇ ਦੇ ਵਿੱਚ ਭਰਪੂਰ ਰਤਨ ਪਏ ਹੋਏ ਨੇ, ਜੋ ਸਾਡੀ ਮੱਤ ਨੂੰ ਉੱਚਾ ਕਰਦੇ ਨੇ, ਸੋ ਜਿਹੜੇ ਸਾਡੇ ਜੀਵਨ ਨੂੰ ਉਚੇਰਾ ਕਰਦੇ ਨੇ। ਇਹ ਜਿਹੜੀ ਵਿਚਾਰ ਗੁਰੂ ਸਾਹਿਬ ਜੀ ਦੇ ਰਹੇ ਨੇ। ਦੇਖਣ ਦਾ ਅਰਥ ਹੈ ਜਦੋਂ ਮੈਂ ਵਿਚਾਰ ਕੀਤੀ, ਆਪਣੇ ਵੱਡੇ ਵਡੇਰਿਆਂ ਦੀ ਇਸ ਬਾਣੀ ਨੂੰ ਸਮਝਿਆ, ਉਹਨਾਂ ਦੇ ਜੀਵਨ ਨੂੰ ਸਮਝਿਆ, ਭਾਵ ਕਿ ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਉਹਨਾਂ ਦੀਆਂ ਰਚਨਾਵਾਂ ਤੇ ਲਿਖਤਾਂ ਨੂੰ ਵਾਚਿਆ ਹੈ, ਜਦੋਂ ਜੀਵਨ 'ਚ ਧਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰਿਆਂ ਤੇ ਗਏ, ਜਿੱਥੇ ਵੀ ਸਤਿਗੁਰੂ ਗਏ ਨੇ, ਬੇਸ਼ੱਕ ਸਤਿਗੁਰੂ ਜੀ ਕਈ ਸਮਿਆਂ ਤੱਕ ਜਿਹੜੇ ਵਸਤਰ ਨੇ, ਐਸਾ ਵੀ ਸਮਾਂ ਆਇਆ ਕਿ ਜਿਹੜਾ ਚੋਲਾ ਤਨ ਤੇ ਪਾਇਆ ਹੈ ਉਸੇ ਨਾਲ ਪ੍ਰਚਾਰ ਕਰ ਰਹੇ ਨੇ। ਜਿਹੜੀ ਪੈਰ ਵਿੱਚ ਕਈ ਵਾਰ ਤਾਂ ਸ਼ਾਇਦ ਪਾਤਸ਼ਾਹ ਨੂੰ ਜੋੜਾ ਵੀ ਨਹੀਂ ਮਿਲਿਆ ਪਾਉਣ ਵਾਸਤੇ, ਲੇਕਿਨ ਸਤਿਗੁਰ ਜੀ ਜਿੱਥੇ ਵੀ ਗਏ ਉਹਨਾਂ ਕੋਲ ਦੋ ਚੀਜ਼ਾਂ ਜ਼ਰੂਰ ਹੋਇਆ ਕਰਦੀਆਂ ਸੀ, ਆਸਾ ਹੱਥ, ਕਿਤਾਬ ਕੱਚ। ਇੱਕ ਉਹ ਲਿਖਤਾਂ, ਕਿਉਂਕਿ ਕੀਮਤੀ ਖਜ਼ਾਨਾ, ਇਹਨਾਂ ਦੀ ਸੰਭਾਲ ਜ਼ਰੂਰੀ ਹੈ। ਤੇ ਇਸ ਖਜ਼ਾਨੇ ਨੂੰ ਸੰਭਾਲਣ ਦੇ ਲਈ ਗੁਰੂ ਸਾਹਿਬਾਨਾਂ ਨੇ ਬਹੁਤ ਤਰ੍ਹਾਂ ਦੇ ਯਤਨ ਕੀਤੇ ਨੇ। ਇਸ ਖਜ਼ਾਨੇ ਨੂੰ ਸੰਭਾਲਣ ਵਾਸਤੇ ਸਤਿਗੁਰੂ ਜੀ ਨੇ ਜੋ ਇਹ ਸਮਾਂ ਲਗਾਇਆ, ਉਸ ਨੂੰ ਥੋੜਾ ਅੱਗੇ ਜਾ ਕੇ ਸਮਝਾਂਗੇ ਕਿ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਪ੍ਰਚਾਰਕ ਦੌਰਿਆਂ ਨੂੰ ਕਰਦੇ ਹੋਏ ਇਸ ਕੀਮਤੀ ਖਜ਼ਾਨੇ ਨੂੰ ਜਿੱਥੇ ਇਕੱਠਾ ਕਰ ਰਹੇ ਨੇ, ਤੇ ਜਿਸ ਵਕਤ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਤੇ ਜੋ ਲਿਖਤਾਂ ਤੇ ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਕੋਲ ਸੀ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੇ ਸ਼ਲੋਕਾਂ ਦੇ ਨਾਲ, ਜੋ ਉਹਨਾਂ ਨੇ ਸ਼ਲੋਕ ਉਚਾਰਨ ਕੀਤੇ, ਇਸ ਖਜ਼ਾਨੇ ਨੂੰ ਸ਼ਿੰਗਾਰਿਆ। ਇਹ ਖਜ਼ਾਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਪਹੁੰਚਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ 62 ਸਾਲ ਦੀ ਉਮਰ 'ਚ ਜਾ ਕੇ ਆਨੰਦ ਦੀ ਅਵਸਥਾ ਪ੍ਰਾਪਤ ਹੋਈ। ਐਸਾ ਆਨੰਦ ਜੀਵਨ ਵਿੱਚ ਆਇਆ, ਐਸੀ ਬਖਸ਼ਿਸ਼ ਪ੍ਰਾਪਤ ਹੋਈ ਕਿ ਉਹਨਾਂ ਨੇ ਇੱਕ ਬਾਣੀ ਹੀ, ਜਿਹਦੇ ਅੰਦਰ 40 ਪੌੜੀਆਂ ਹਨ, ਤੇ ਧਿਆਨ ਦੇਣਾ, ਆਨੰਦ ਸਾਹਿਬ ਦੀ ਬਾਣੀ ਦੀ ਰਚਨਾ ਕਰ ਦਿੱਤੀ। ਉਸ ਆਨੰਦ ਨੂੰ ਬਿਆਨ ਕੀਤਾ ਜੋ ਉਹਨਾਂ ਨੇ 62 ਸਾਲ ਦੀ ਉਮਰ 'ਚ ਜਾ ਕੇ ਹਾਸਲ ਕੀਤਾ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਇਸ ਤਰੀਕੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇਹ ਕੀਮਤੀ ਖਜ਼ਾਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਭੇਟ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਜੀ ਕੋਲੋਂ ਜਦੋਂ ਇਹ ਖਜ਼ਾਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖਜ਼ਾਨੇ ਨੂੰ ਸਮਝਿਆ। ਧਿਆਨ ਦੇਣਾ ਕਿ ਉਸ ਵਕਤ ਇਹ ਖਜ਼ਾਨਾ ਪੋਥੀ ਰੂਪ ਦੇ ਵਿੱਚ ਹੈ, ਗ੍ਰੰਥ ਰੂਪ ਦੇ ਵਿੱਚ ਨਹੀਂ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀ ਹੈ। ਇਹ ਖਜ਼ਾਨਾ ਲਿਖਤਾਂ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਆਇਆ। ਨਾ ਤਰਤੀਬ ਹੈ ਉਸ ਵਕਤ ਕਿ ਕਿਹੜੀ ਬਾਣੀ ਪਹਿਲੇ ਅੰਗ ਤੇ ਹੈ, ਕਿਹੜੀ ਬਾਣੀ ਦੂਸਰੇ ਅੰਗ ਤੇ ਹੈ, ਇਸ ਰੂਪ ਦੇ ਵਿੱਚ ਨਹੀਂ ਹੈ। ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਖਜ਼ਾਨਾ ਪਹੁੰਚਿਆ ਤੇ ਜਦੋਂ ਇਸ ਦੀ ਕੀਮਤ ਨੂੰ ਜਾਣਿਆ, ਸਮਝਿਆ ਕਿ ਇਹ ਖਜ਼ਾਨਾ ਬਹੁਤ ਕੀਮਤੀ ਹੈ, ਜਦੋਂ ਖਜ਼ਾਨੇ ਨੂੰ ਖੋਲ ਕੇ ਵਾਚਿਆ, ਪੜ੍ਹਿਆ, ਸਮਝਿਆ, ਤੇ ਉਹਨਾਂ ਨੂੰ ਇਹ ਸਮਝ ਆ ਗਈ ਕਿ ਇਹ ਖਜ਼ਾਨਾ ਸੰਭਾਲਣ ਵਾਲਾ ਹੈ, ਕੀਮਤੀ ਹੈ, ਤੇ ਆਉਣ ਵਾਲੇ ਸਮੇਂ ਦੇ ਅੰਦਰ ਇਸ ਖਜ਼ਾਨੇ ਨੂੰ ਅੱਗੇ ਜਾ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਵੀ ਕਰਨੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੰਪਾਦਨਾ ਦਾ ਕੰਮ ਕੀਤਾ, ਇਸ ਖਜ਼ਾਨੇ ਦੀ ਸੰਭਾਲ ਕੀਤੀ। ਜਿਸ ਵਕਤ ਸੰਪਾਦਨਾ ਕੀਤੀ ਹੈ, ਬਾਣੀ ਦਾ ਜਿਹੜਾ ਤਤਕਰਾ ਹੈ ਕਿ ਕਿਹੜਾ ਰਾਗ ਕਿੱਥੇ ਆਏਗਾ, ਜੋ ਅਸੀਂ ਬਾਣੀ ਦਾ ਰੂਪ ਦੇਖਦੇ ਹਾਂ, ਪਹਿਲਾ ਰਾਗ ਕਿਹੜਾ ਹੈ, ਦੂਸਰਾ ਰਾਗ ਕਿਹੜਾ ਹੈ, ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬ ਜੀ ਦੀ ਬਾਣੀ ਆਏਗੀ ਹਰ ਰਾਗ ਦੇ ਅੰਦਰ, ਫਿਰ ਕਿਸ ਗੁਰੂ ਸਾਹਿਬ ਜੀ ਦੀ ਬਾਣੀ ਆਏਗੀ, ਕਿਹੜੇ ਭਗਤ ਸਾਹਿਬ ਜੀ ਦੀ ਬਾਣੀ ਨੂੰ ਕਿਸ ਜਗ੍ਹਾ ਤੇ ਰੱਖਣਾ ਹੈ, ਇਹ ਸਾਰੇ ਦਾ ਸਾਰਾ ਕਾਰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤਾ ਹੈ। ਤੇ ਜਦੋਂ ਸਮਾਂ ਆਇਆ 1604 ਦੇ ਵਿੱਚ, ਜਦੋਂ ਇਹ ਕੀਮਤੀ ਖਜ਼ਾਨਾ ਗ੍ਰੰਥ ਰੂਪ ਦੇ ਵਿੱਚ ਤਿਆਰ ਹੋਇਆ, ਤੇ ਚੇਤੇ ਰੱਖਣਾ ਇਸ ਖਜ਼ਾਨੇ ਤੇ ਕਿੰਤੂ ਵੀ ਹੋਏ। ਦੁਸ਼ਮਣ ਨਹੀਂ ਚਾਹੁੰਦਾ ਕਿ ਇਹ ਖਜ਼ਾਨਾ ਇਹਨਾਂ ਦੇ ਪਾਸ ਰਹੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਜਿਸ ਵਕਤ
ਮਹੇਸ਼ ਦਾਸ ਜੀ ਦਾ ਨਾਮ ਬੀਰਬਲ ਹੈ, ਉਹਦੀ ਜਿਹੜੀ ਸ਼ਿਕਾਇਤ ਲੱਗੀ ਅਕਬਰ ਦੇ ਦਰਬਾਰ ਵਿੱਚ, ਬੀਰਬਲ ਕੰਨ ਭਰਦਾ ਹੈ ਕਿ ਇਹਨਾਂ ਦੇ ਕੋਲ ਜਿਹੜਾ ਗ੍ਰੰਥ ਹੈ, ਇੱਕ ਗ੍ਰੰਥ ਤਿਆਰ ਕਰ ਰਹੇ ਨੇ, ਤੇ ਉਸ ਗ੍ਰੰਥ ਦੇ ਅੰਦਰ ਜਿਹੜਾ ਤੁਹਾਡਾ ਧਰਮ ਹੈ, ਇਸਲਾਮ ਧਰਮ, ਇਹਦੇ ਬਾਰੇ ਗੱਲਾਂ ਠੀਕ ਨਹੀਂ ਲਿਖੀਆਂ। ਐਸਾ ਕੁਝ ਲਿਖਿਆ ਹੈ ਜੋ ਧਰਮ ਦੇ ਮੁਤਾਬਕ ਨਹੀਂ ਹੈ, ਧਰਮ ਦੀ ਤੌਹੀਨ ਹੈ। ਤੇ ਅਕਬਰ ਬਾਦਸ਼ਾਹ ਨੇ ਮਹੇਸ਼ ਦਾਸ ਬੀਰਬਲ ਦੀ ਕਹੀ ਗੱਲ ਨੂੰ ਸੁਣ ਕੇ ਉਹਦੀ ਗੱਲ ਤੇ ਯਕੀਨ ਨਾ ਕਰਕੇ ਆਪ ਦੇਖਣਾ ਚਾਹਿਆ ਕਿ ਆਪ ਜਾ ਕੇ ਦੇਖਦੇ ਹਾਂ ਕਿ ਜੋ ਗ੍ਰੰਥ ਇਹ ਤਿਆਰ ਕਰ ਰਹੇ ਨੇ ਉਹਦੇ 'ਚ ਲਿਖਿਆ ਕੀ ਹੈ, ਉਹਦੇ 'ਚ ਹੈ ਕੀ ਹੈ। ਤੇ ਜਿਸ ਵਕਤ ਆਪ ਅਕਬਰ ਚੱਲ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਂਦਾ ਹੈ ਤੇ ਪਾਤਸ਼ਾਹ ਨੇ ਜੋ ਸਿਧਾਂਤ ਦਿੱਤਾ, ਪਹਿਲੇ ਲੰਗਰ ਪਾਛੇ ਸੰਗਤ ਦਾ ਲੰਗਰ ਛਕਾਇਆ ਗਿਆ, ਪੰਗਤ ਵਿੱਚ ਬਿਠਾ ਕੇ ਉਹ ਮਰਿਆਦਾ ਜਿਹੜੀ ਆ ਉਹ ਭੰਗ ਨਹੀਂ ਕੀਤੀ ਗਈ। ਭਾਵੇਂ ਕੋਈ ਮਹਾਰਾਜਾ ਆਇਆ, ਭਾਵੇਂ ਕੋਈ ਰਾਜਾ ਆਇਆ, ਭਾਵੇਂ ਕੋਈ ਬਾਦਸ਼ਾਹ ਆਇਆ, ਮਰਿਆਦਾ ਬਰਾਬਰ ਹੈ। ਪੰਗਤ ਦੇ ਵਿੱਚ ਬਿਠਾ ਕੇ ਜੋ ਲੰਗਰ ਛਕਾਉਣ ਦੀ ਵਿਧੀ ਹੈ ਉਸੇ ਮੁਤਾਬਕ ਲੰਗਰ ਛਕਾਇਆ ਗਿਆ। ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾਈ ਗਈ। ਅਕਬਰ ਕਹਿੰਦਾ ਮੈਂ ਆਪ ਸੁਣਨਾ ਚਾਹੁੰਦਾ ਹਾਂ ਕੀ ਲਿਖਿਆ ਹੈ, ਕਿ ਕਿਸੇ ਸਾਡੇ ਧਰਮ ਦੀ ਕੋਈ ਤੋਹੀਨ ਤਾਂ ਨਹੀਂ, ਕੋਈ ਐਸੇ ਸ਼ਬਦ ਤਾਂ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਪੋਥੀ ਸਾਹਿਬ ਪ੍ਰਕਾਸ਼ ਕੀਤੀ ਤਾਂ ਉਸ ਵਕਤ ਜੋ ਪਾਵਨ ਸ਼ਬਦ ਆਇਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸ਼ਬਦ ਅਕਬਰ ਨੇ ਸੁਣੇ ਤੇ ਅਕਬਰ ਨੇ ਜਦੋਂ ਗੁਰੂ ਘਰ ਦੀ ਮਰਿਆਦਾ ਦੇਖੀ, ਉਸ ਦਾ ਮਨ ਖਿੱਚਿਆ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪੈਰਾਂ ਦਾ ਚਰਨਾਂ ਦਾ ਭੌਰਾ ਬਣ ਗਿਆ ਤੇ ਆਪਣੇ ਦਿਲ ਦੀ ਵੇਦਨਾ ਨੂੰ ਪ੍ਰਗਟ ਕੀਤਾ ਕਿ ਮੈਂ ਸੁਣਿਆ ਤੇ ਬਹੁਤ ਕੁਝ ਸੀਗਾ, ਲੇਕਿਨ ਇੱਥੇ ਆ ਕੇ ਹਕੀਕਤ ਪਤਾ ਲੱਗੀ ਕਿ ਤੁਸੀਂ ਕਿੰਨੇ ਮਹਾਨ ਕਾਰਜ ਕਰ ਰਹੇ ਹੋ। ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਤੋਂ ਤੁਸੀਂ ਇਸ ਥਾਂ ਤੇ ਸਭ ਨੂੰ ਇੱਕਸਾਰ ਇੱਕ ਥਾਂ ਤੇ ਬਿਠਾ ਕੇ ਲੰਗਰ ਛਕਾ ਰਹੇ ਹੋ। ਤੇ ਜਦੋਂ ਇਸ ਮਰਿਆਦਾ ਨੂੰ ਅਕਬਰ ਨੇ ਦੇਖਿਆ, ਇੱਛਾ ਪ੍ਰਗਟ ਕੀਤੀ ਕਿ ਮੈਂ ਵੀ ਇਸ ਵਿੱਚ ਕੁਝ ਹਿੱਸਾ ਪਾਉਣਾ ਚਾਹੁੰਦਾ ਹਾਂ, ਮੇਰੀ ਵੀ ਇੱਛਾ ਹੈ ਕਿ ਮੈਂ ਵੀ ਕੁਝ ਹਿੱਸਾ ਪਾਵਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੀ ਹਿੱਸਾ ਪਾਉਂਗੇ? ਕੁਝ ਮੋਹਰਾਂ ਭੇਟ ਕਰਨੀਆਂ ਚਾਹੁੰਦਾ ਹਾਂ, ਕੁਝ ਹੋਰ ਸਮੱਗਰੀ ਵੀ ਦੇਣੀ ਚਾਹੁੰਦਾ ਹਾਂ। ਤੇ ਪਾਤਸ਼ਾਹ ਨੇ ਜਵਾਬ ਦਿੱਤਾ, ਇਹ ਜੋ ਗੁਰੂ ਘਰ ਦਾ ਲੰਗਰ ਹੈ, ਇਹ ਜੋ ਮਰਿਆਦਾ ਹੈ, ਇਸ ਘਰ ਵਿੱਚ 10 ਨੂੰਹਾਂ ਦੀ ਕਿਰਤ ਕਮਾਈ ਜਿਹੜੀ ਹੈ ਉਹੀ ਭੇਟ ਕੀਤੀ ਜਾਂਦੀ ਹੈ। ਅਸੀਂ ਤੁਹਾਡੀ ਇਹ ਭੇਟਾ ਤੇ ਨਹੀਂ ਲੈ ਸਕਦੇ, ਲੇਕਿਨ ਹਾਂ ਇੱਕ ਕੰਮ ਜ਼ਰੂਰ ਤੁਸੀਂ ਕਰ ਸਕਦੇ ਹੋ। ਉਸ ਵਕਤ ਜਿਹੜੀ ਸਤੀ ਪ੍ਰਥਾ ਸੀ ਅਤੇ ਪਰਦਾ ਪ੍ਰਥਾ ਹੈ, ਸਤੀ ਪ੍ਰਥਾ ਹੈ, ਇਸ ਤਰ੍ਹਾਂ ਦੀਆਂ ਜੋ ਪ੍ਰਥਾਵਾਂ ਹਨ ਜਿਨ੍ਹਾਂ ਦੇ ਮੁਤਾਬਕ ਜੇ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਗਿਆ ਤਾਂ ਫਿਰ ਉਸ ਇਸਤਰੀ ਨੂੰ ਪਤੀ ਦੀ ਚਿਖਾ ਵਿੱਚ ਸੜਨਾ ਪੈਂਦਾ ਸੀ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੇ ਹਾਕਮ ਨੂੰ ਉਸ ਜਗ੍ਹਾ ਤੇ ਜਦੋਂ ਬੈਠੇ ਦੇਖਿਆ ਤੇ ਸਮਝਿਆ ਕਿ ਇਹਦੇ ਕੋਲ ਇਹ ਕਾਰਜ ਕਰਵਾਇਆ ਜਾ ਸਕਦਾ ਹੈ। ਤੇ ਪਾਤਸ਼ਾਹ ਨੇ ਕਿਹਾ, ਅਕਬਰ ਜੇ ਤੂੰ ਕੰਮ ਕਰਨਾ ਚਾਹੁੰਦਾ ਹੈ, ਇਸ ਮਨੁੱਖਤਾ ਦੇ ਲਈ ਕੁਝ ਕਰਨਾ ਚਾਹੁੰਦਾ ਹੈ, ਤੇ ਇਹ ਜੋ ਸਤੀ ਪ੍ਰਥਾ ਹੈ ਇਸ ਤੇ ਸੰਪੂਰਨ ਤੌਰ ਤੇ ਰੋਕ ਲਗਾ ਦੇ, ਇਸ ਨੂੰ ਸਦੀਵ ਕਾਲ ਲਈ ਬੰਦ ਕਰ ਦੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੇ ਅਕਬਰ ਨੇ ਇਹ ਹੁਕਮ ਵੀ ਕਰ ਦਿੱਤਾ, ਸੰਗਤ ਜੀ ਇਸ ਕੀਮਤੀ ਖਜ਼ਾਨੇ ਨੂੰ ਸਮੇਂ-ਸਮੇਂ ਸਿਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਹੈ। ਉਦਾਹਰਨ ਆਪ ਜੀ ਦੇ ਸਾਹਮਣੇ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂਗਾ। ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਸੰਪਾਦਨਾ ਕਰ ਰਹੇ ਨੇ, ਉਸ ਵਕਤ ਜਿਨ੍ਹਾਂ ਹੋਰਾਂ ਨੇ ਵੀ ਕੁਝ ਰਚਨਾਵਾਂ ਲਿਖੀਆਂ, ਕਾਨਾ, ਛੱਜੂ, ਪੀਲੂ, ਇਹ ਵੀ ਆ ਕੇ ਬੇਨਤੀ ਕਰਦੇ ਨੇ, ਅਸੀਂ ਕੁਝ ਲਿਖਤਾਂ ਲਿਖੀਆਂ ਨੇ, ਅਸੀਂ ਵੀ ਬਾਣੀ ਲਿਖੀ ਹੈ, ਤੇ ਇੱਕ ਕਿਰਪਾ ਕਰੋ ਕਿ ਜਿਹੜੀ ਤੁਹਾਡੀ ਇਹ ਰਚਨਾ ਹੈ ਇਹਦੇ ਵਿੱਚ ਸਾਡੀ ਵੀ ਰਚਨਾ ਨੂੰ ਦਰਜ ਕਰ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਇਹ ਧੁਰ ਕੀ ਬਾਣੀ ਹੈ, ਇਹ ਕੋਈ ਕਿਸੇ ਦੀ ਲਿਖਤ ਜਾਂ ਕੋਈ ਕਲਾਮ ਨਹੀਂ ਕਿ ਕੋਈ ਵੀ ਆਇਆ ਤੇ ਉਹਦੀਆਂ ਲਿਖਤਾਂ ਇਹਦੇ 'ਚ ਦਰਜ ਕਰ ਦਈਏ। ਭਗਤ ਕਬੀਰ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ।
ਬਾਬਾ ਫਰੀਦ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ। ਭਾਵ ਕਿ ਕੇਵਲ ਉਹੀ ਬਾਣੀ ਸੰਪਾਦਨਾ ਕਰਨ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ, ਜਿਹੜੀ ਬਾਣੀ ਗੁਰਮਤਿ ਆਸ਼ੇ ਅਨੁਸਾਰ ਹੈ, ਜਿਹੜੀ ਬਾਣੀ ਗੁਰਮਤਿ ਦੇ ਅਨੁਕੂਲ ਹੈ। ਤੇ ਜਿਹੜੇ ਕਾਨਾ ਪੀਲੂ ਛੱਜੂ ਜਦੋਂ ਆਏ ਤੇ ਸਤਿਗੁਰ ਨੇ ਇਨਕਾਰ ਕਰ ਦਿੱਤਾ, ਤੁਹਾਡੀਆਂ ਰਚਨਾਵਾਂ ਇਹਦੇ ਵਿੱਚ ਦਰਜ ਨਹੀਂ ਕੀਤੀਆਂ ਜਾ ਸਕਦੀਆਂ, ਇਹ ਬਾਣੀ ਨਹੀਂ। ਹਾਂ, ਇਹ ਕਵਿਤਾਵਾਂ ਦਾ ਇੱਕ ਰੂਪ ਹੋ ਸਕਦਾ ਹੈ, ਕਵਿਤਾਵਾਂ ਹਨ। ਤੇ ਜਿਸ ਵਕਤ ਪਾਤਸ਼ਾਹ ਨੇ ਇਨਕਾਰ ਕੀਤਾ ਹੈ, ਇਸੇ ਕਾਰਨ ਕਰਕੇ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਬੀਰਬਲ ਦਾ ਹੱਥ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚ ਸ਼ੇਖ ਅਹਿਮਦ ਸਰਹੱਦੀ ਦਾ ਹੱਥ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਹੱਥ ਹੈ, ਪ੍ਰਿਥੀ ਚੰਦ ਦਾ ਹੱਥ ਹੈ, ਉੱਥੇ ਕਾਨਾ ਪੀਲੂ ਛੱਜੂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਖਿਲਾਫ ਖੜੇ ਨੇ। ਉਹ ਵੀ ਚਾਹੁੰਦੇ ਨੇ ਕਿ ਸ਼ਹੀਦ ਹੋ ਜਾਣ, ਕਾਰਨ ਕਿ ਸਾਡੀਆਂ ਲਿਖਤਾਂ ਨੂੰ ਇਹਨਾਂ ਨੇ ਆਪਣੇ ਗ੍ਰੰਥ ਵਿੱਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਹ ਖਜ਼ਾਨਾ ਦੇਣ ਦੀ ਬਦਲੇ ਕੀਮਤ ਚੁਕਾਣੀ ਪਈ। ਤੇ ਇਹੀ ਕਾਰਨ ਸੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਯਾਸਾ ਦੇ ਕਾਨੂੰਨ ਦੇ ਤਹਿਤ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਸੀਸ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਕਾਰਜ ਕਰ ਦਿੱਤਾ। 1604 ਦੇ ਵਿੱਚ ਦਰਬਾਰ ਸਾਹਿਬ ਦੀ ਰਚਨਾ ਹੋਈ ਅਤੇ ਦਰਬਾਰ ਸਾਹਿਬ ਦੀ ਰਚਨਾ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਪਹਿਲਾ ਪ੍ਰਕਾਸ਼ ਕੀਤਾ ਗਿਆ ਹੈ, ਉਸ ਵਕਤ ਕਈਆਂ ਦੇ ਹਿਰਦੇ ਵਲੁੰਦਰੇ ਗਏ। ਕਿਉਂਕਿ ਬਾਣੀ ਕੀ ਸਿਖਾਉਂਦੀ ਹੈ? ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਸ ਵਿੱਚੋਂ ਆਵਾਜ਼ ਆਉਂਦੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾ। ਇਹ ਸਭ ਨੂੰ ਇੱਕ ਕਰਨ ਦੀ ਗੱਲ ਕਰਦੀ ਹੈ, ਇਹ ਭੇਦ ਭਾਵ ਖਤਮ ਕਰਨ ਦੀ ਗੱਲ ਕਰਦੀ ਹੈ। ਤੇ ਉਹਨਾਂ ਨੂੰ ਕਿਵੇਂ ਮਨਜ਼ੂਰ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਪਾਪ ਨਾਲ ਭਰੇ ਹੋਣ। ਇਸੇ ਕਰਕੇ ਵੱਖ-ਵੱਖ ਸਮਿਆਂ ਦੇ ਅੰਦਰ ਇਸ ਖਜ਼ਾਨੇ ਨੂੰ ਮਟਾਉਣ ਤੇ ਖਤਮ ਕਰਨ ਦੇ ਯਤਨ ਵੀ ਕੀਤੇ। ਬਾਹਰ ਵਾਲਿਆਂ ਨੇ ਤੇ ਕੀਤੇ ਹੀ, ਆਪਣਿਆਂ ਨੇ ਵੀ ਘੱਟ ਨਹੀਂ ਕੀਤੀ। ਤੇ ਜਦੋਂ ਇਤਿਹਾਸ ਦਾ ਪੱਖ ਲੈਨੇ ਆ, ਇਸ ਖਜ਼ਾਨੇ ਦੀ ਸੰਭਾਲ ਵਾਸਤੇ ਸਤਿਗੁਰ ਜੀ ਨੇ ਇੱਕ ਨੁਕਤਾ ਅਪਣਾਇਆ। ਹਰ ਸ਼ਬਦ ਦੀ ਸਮਾਪਤੀ ਤੇ ਸਤਿਗੁਰ ਜੀ ਨੇ ਅੰਕ ਦਰਜ ਕੀਤੇ, ਨੰਬਰ ਦਰਜ ਕੀਤੇ। ਨੰਬਰ ਦਾ ਅਰਥ ਕੀ ਹੈ? ਜਦੋਂ ਆਪ ਜੀ ਇੱਕ ਸ਼ਬਦ ਦੀ ਸਮਾਪਤੀ ਤੇ ਪਿੱਛੇ ਲਿਖੇ ਅੰਕ ਦੇਖਦੇ ਹੋ, ਸਤਿਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੌਕ ਕਰ ਦਿੱਤਾ, ਤਾਲਾ ਮਾਰ ਦਿੱਤਾ। ਤਾਲਾ ਵੀ ਐਸਾ ਮਾਰਿਆ ਕਿ ਆਉਣ ਵਾਲੇ ਸਮੇਂ ਅੰਦਰ ਰਹਿੰਦੀ ਦੁਨੀਆ ਵਿੱਚ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਕੋਈ ਇੱਕ ਸ਼ਬਦ ਬਾਹਰ ਕੱਢ ਸਕਦਾ ਹੈ, ਤੇ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਸ਼ਬਦ ਆਪਣਾ ਕੋਈ ਦਰਜ ਕਰ ਸਕਦਾ ਹੈ। ਇਸ ਵਿਧੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਇਸ ਖਜ਼ਾਨੇ ਨੂੰ ਤਾਲਾ ਵੀ ਲਗਾ ਦਿੱਤਾ। ਤੇ ਤਾਲਾ ਲਗਾਉਣ ਤੋਂ ਬਾਅਦ ਜਦੋਂ ਅਸੀਂ ਮੁੰਦਾਵਣੀ ਪੜ੍ਹਦੇ ਹਾਂ, ਸਤਿਗੁਰ ਜੀ ਨੇ ਇੱਕ ਮੋਹਰ ਲਗਾ ਦਿੱਤੀ। ਤੇ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंचै, तिसका होए उधारो। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਸਤਿਗੁਰ ਜੀ ਨੇ ਖਜ਼ਾਨਾ ਸਾਨੂੰ ਬਖਸ਼ ਦਿੱਤਾ, ਪਰ ਇਸ ਖਜ਼ਾਨੇ ਨੂੰ ਤਿਆਰ ਕਰਨ ਤੋਂ ਲੈ ਕੇ, ਸੰਭਾਲਣ ਤੋਂ ਲੈ ਕੇ, ਇਸ ਖਜ਼ਾਨੇ ਨੂੰ ਸੰਭਾਲਣ ਦੇ ਬਦਲੇ ਸ਼ਹਾਦਤਾਂ ਤੇ ਕੁਰਬਾਨੀਆਂ ਹੋਈਆਂ। 1604 ਤੱਕ ਖਜ਼ਾਨੇ ਦੀ ਸੰਭਾਲ ਤੇ ਕੰਮ ਹੋਇਆ। ਤੇ ਜਦੋਂ ਇਸ ਖਜ਼ਾਨੇ ਦੀ ਸੰਪੂਰਨਤਾ ਕਰਕੇ ਪ੍ਰਕਾਸ਼ ਕਰ ਦਿੱਤਾ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ, ਇਹ ਕੀਮਤੀ ਖਜ਼ਾਨਾ ਤੇ ਹੈ ਬੜਾ ਕੀਮਤੀ, ਲੇਕਿਨ ਕੀਮਤੀ ਖਜ਼ਾਨੇ ਦੀ ਸੰਭਾਲ ਵਾਸਤੇ ਵੀ ਤੇ ਕੋਈ ਕੀਮਤੀ ਹੋਣਾ ਚਾਹੀਦਾ ਹੈ ਜੋ ਇਸ ਨੂੰ ਸੰਗਤਾਂ ਤੱਕ ਪਹੁੰਚਾ ਸਕੇ, ਜੋ ਵੰਡਣ ਦੀ ਸੇਵਾ ਕਰ ਸਕੇ। ਤੇ ਸੰਗਤ ਜੀ, ਕਈ ਰਾਤਾਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਰਾਮ ਨਹੀਂ ਸੀ ਮਿਲਿਆ। ਇਸ ਕੀਮਤੀ ਖਜ਼ਾਨੇ ਦੀ ਸੰਭਾਲ ਸੇਵਾ ਕਿਸ ਨੂੰ ਬਖਸ਼ੀ ਜਾਵੇ? ਕਦੀ ਕਿਸੇ ਵੱਲ ਸੁਰਤ ਜਾਂਦੀ ਹੈ, ਕਦੀ ਕਿਸੇ ਵੱਲ ਧਿਆਨ ਜਾਂਦਾ ਹੈ। ਲੇਕਿਨ ਜਿਸ ਵਕਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਨਿਗਾਹ ਬਾਬਾ ਬੁੱਢਾ ਸਾਹਿਬ ਵੱਲ ਗਈ,
ਇਸ ਕੀਮਤੀ ਖਜ਼ਾਨੇ ਦੀ ਸੰਭਾਲ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੀ ਜਿੰਮੇ ਆਉਂਦੀ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੱਕ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇਵਾਵਾਂ ਨਿਭਾਈਆਂ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਵੀ ਆਨੰਦ ਮਾਣਿਆ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਵੀ ਤੱਕਿਆ, ਪਹਿਲੇ ਗੁਰੂ ਸਾਹਿਬ ਜੀ ਤੋਂ ਲੈ ਕੇ 6 ਗੁਰੂ ਸਾਹਿਬਾਨ ਤੱਕ। ਤੇ ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿੱਥੇ ਬਾਣੀ ਦੀ ਸੰਭਾਲ ਕੀਤੀ, ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਈ। ਤੇ ਉੱਥੇ ਇੱਕ ਹੋਰ ਸੇਵਾ, ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤੇ ਥੋੜ੍ਹੇ ਵਡੇਰੇ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਸ਼ਸਤਰਾਂ ਦੀ ਵਿੱਦਿਆ ਹੈ, ਘੋੜਸਵਾਰੀ ਦੀ ਵਿੱਦਿਆ ਹੈ, ਨੇਜੇ ਦੀ ਵਿੱਦਿਆ, ਇਸ ਪਾਸਿਓਂ ਵੀ ਤਿਆਰ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਨੇ। ਤੇ ਇਹ ਸੇਵਾ ਕਿਸ ਨੇ ਦਿੱਤੀ? ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਕਿ ਮੇਰੇ ਪੁੱਤ ਨੂੰ ਤੁਸੀਂ ਹਰ ਕੰਮ ਵਿੱਚ ਮਾਹਰ ਕਰਨਾ ਹੈ, ਜਿੱਥੇ ਬਾਣੀ ਦੇ ਪਿਆਰ ਵਿੱਚ ਇਹਨਾਂ ਨੂੰ ਜੋੜਨਾ ਹੈ। ਹੁਣ ਸਮਾਂ ਕੁਝ ਹੋਰ ਮੰਗ ਰਿਹਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਹੈ। ਉਹਨਾਂ ਨੂੰ ਪਤਾ ਸੀ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਨਿਮਰਤਾ ਵਾਲਾ, ਨਿਮਰਤਾ ਦੇ ਨਾਲ ਨਾਲ ਸ਼ਸਤਰ ਦੀ ਵੀ ਲੋੜ ਹੈ, ਨਿਮਰਤਾ ਦੇ ਨਾਲ ਨਾਲ ਸ਼ਸਤਰ ਵੀ ਧਾਰਨ ਕਰਨਾ ਜ਼ਰੂਰੀ ਹੈ। ਇਸੇ ਵਾਸਤੇ ਉਹ ਸਭ ਤਿਆਰੀ ਜਿਹੜੀ ਹੈ ਕਰਵਾਈ ਗਈ ਤੇ ਬਾਬਾ ਬੁੱਢਾ ਸਾਹਿਬ ਨੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਲਈ ਤਿਆਰ ਕੀਤਾ। ਤੇ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ 4 ਜੰਗਾਂ ਲੜੀਆਂ। 4 ਜੰਗਾਂ ਲੜਦੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਇਹ ਸਭ ਇਸ ਖਜ਼ਾਨੇ ਦੀ ਬਦੌਲਤ ਹੈ। ਇਸ ਖਜ਼ਾਨੇ ਨੂੰ ਸੰਭਾਲ ਕੇ ਸਾਡੇ ਤੱਕ ਪਹੁੰਚਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ। ਤੇ ਸਤਿਗੁਰੂ ਜੀ ਕਹਿੰਦੇ ਇਹ ਖਜ਼ਾਨੇ ਨੂੰ ਸਿੱਖੋ ਸੰਭਾਲ ਲੈਣਾ। ਇਸ ਖਜ਼ਾਨੇ ਦੀ ਸੰਭਾਲ ਕਿਵੇਂ ਹੋਏਗੀ? ਜਿਵੇਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ, ਜਦੋਂ ਖਜ਼ਾਨੇ ਨੂੰ ਮੈਂ ਪੜ੍ਹਿਆ, ਸਮਝਿਆ, ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਸਮਝਿਆ, ਇਸ ਖਜ਼ਾਨੇ ਦੀ ਸੰਭਾਲ ਇਹ ਹੈ ਕਿ ਜਦੋਂ ਗੁਰਬਾਣੀ ਦੇ ਸ਼ਬਦਾਂ ਨੂੰ ਆਪਾਂ ਪੜ੍ਹਨਾ ਹੈ ਤੇ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਹਿਰਦੇ 'ਚ ਵਸਾਉਣਾ ਹੈ। ਗੁਰਬਾਣੀ ਦੇ ਇੱਕ ਇੱਕ ਅੱਖਰ ਨੂੰ, ਬਚਨ ਨੂੰ ਕਮਾਉਣਾ ਹੈ। ਜਦੋਂ ਗੁਰੂ ਕਾ ਸਿੱਖ ਗੁਰਬਾਣੀ ਦੇ ਇੱਕ ਇੱਕ ਅੱਖਰ ਦੀ ਕਮਾਈ ਕਰਨ ਲੱਗ ਪਏਗਾ ਤਾਂ ਇਸ ਕੀਮਤੀ ਖਜ਼ਾਨੇ ਦੀ ਇਹੀ ਸੰਭਾਲ ਹੈ। ਛੋਟੀ ਜਿਹੀ ਉਦਾਹਰਨ ਦੇ ਨਾਲ ਸਾਂਝ ਪਾਵਾਂਗਾ। ਇੱਕ ਬੱਚਾ ਸਕੂਲ ਵਿੱਚ ਜਾਂਦਾ ਹੈ, ਉਸ ਨੂੰ ਪੜ੍ਹਨ ਲਈ ਕੁਝ ਕਿਤਾਬਾਂ ਅਧਿਆਪਕ ਸਾਹਿਬਾਨ ਦਿੰਦੇ ਨੇ। ਉਹ ਬੱਚਾ ਕੇਵਲ ਕਿਤਾਬਾਂ ਨੂੰ ਮੱਥਾ ਹੀ ਨਹੀਂ ਟੇਕਦਾ, ਨਮਸਕਾਰਾਂ ਨਹੀਂ ਕਰਦਾ, ਸਤਿਕਾਰ ਕਰਦਾ ਹੈ ਜਿਸ ਤਰ੍ਹਾਂ ਸਾਰੇ ਕਰਦੇ ਨੇ ਕਿ ਇਹ ਵਿੱਦਿਆ ਹੈ। ਇਸੇ ਤਰ੍ਹਾਂ ਸਤਿਕਾਰ ਦੇ ਨਾਲ ਨਾਲ ਜੇ ਬੱਚਾ ਉਸ ਕਿਤਾਬ ਨੂੰ ਖੋਲ੍ਹ ਕੇ ਪੜ੍ਹੇਗਾ ਹੀ ਨਹੀਂ, ਸਮਝੇਗਾ ਹੀ ਨਹੀਂ, ਉਹਦੇ ਤੋਂ ਗਿਆਨ ਹੀ ਨਹੀਂ ਲਏਗਾ, ਕਿ ਉਹ ਬੱਚਾ ਆਪਣੇ ਜੀਵਨ ਦੇ ਅੰਦਰ ਉਸ ਮੁਕਾਮ ਤੇ ਪਹੁੰਚ ਸਕੇਗਾ ਜਿਹੜਾ ਮੁਕਾਮ ਉਹ ਹਾਸਲ ਕਰਨਾ ਚਾਹੁੰਦਾ ਹੈ। ਤੇ ਜੇ ਸੰਸਾਰਕ ਤੌਰ ਤੇ ਇੱਕ ਦੁਨਿਆਵੀ ਕਿਤਾਬ ਨੂੰ ਪੜ੍ਹਨ ਤੋਂ ਬਗੈਰ ਮਨੁੱਖ ਗਿਆਨ ਹਾਸਲ ਨਹੀਂ ਕਰ ਸਕਦਾ, ਤੇ ਸਤਿਗੁਰੂ ਜੀ ਕਹਿਣਾ ਚਾਹੁੰਦੇ ਨੇ, ਸਿੱਖਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੇ ਬਗੈਰ ਵੀ ਤੇਰਾ ਗੁਜ਼ਾਰਾ ਨਹੀਂ। ਸੋ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਇਸ ਬਾਣੀ ਦੀ ਅਸੀਂ ਸੰਭਾਲ ਕਰਨੀ ਆ। ਤਾਂ ਮੇਰਾ ਮਨ ਭਇਆ ਨਿਧਾਨਾ। ਜਦੋਂ ਇਸ ਖਜ਼ਾਨੇ ਨੂੰ ਖੋਲ੍ਹਿਆ ਤੇ ਦੇਖਿਆ ਤਾਂ ਮੇਰੇ ਮਨ ਦੇ ਵਿੱਚ ਵੀ ਕੀਮਤੀ ਇਹ ਨਿਧਾਨ ਖਜ਼ਾਨਾ, ਇਹ ਗੁਣ ਰੂਪੀ ਨਿਧਾਨ ਖਜ਼ਾਨੇ ਪੈਦਾ ਹੋ ਗਏ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੇ ਮਤ ਵਿੱਚ ਨਾ ਕੀਮਤੀ ਰਤਨ ਪਏ ਹੋਏ ਨੇ, ਸਾਡੀ ਮਤ ਦੇ ਵਿੱਚ ਕੀਮਤੀ ਜਵਾਹਰਾਤ ਪਏ ਹੋਏ ਨੇ, ਪਰ ਉਹ ਗੁਣ ਰੂਪੀ ਜਵਾਹਰਾਤ ਸਾਡੇ ਅੰਦਰ ਹੈ। ਪਰ ਮਿਲਣਗੇ ਕਿਵੇਂ? ਜਦੋਂ ਗੁਰੂ ਦੀ ਇੱਕ ਸਿੱਖਿਆ ਨੂੰ ਅਸੀਂ ਜੀਵਨ 'ਚ ਧਾਰਨ ਕਰਾਂਗੇ, ਗੁਰੂ ਦੀ ਇੱਕ ਸਿੱਖਿਆ ਦੀ ਕਮਾਈ ਕਰਾਂਗੇ। ਰਤਨ ਲਾਲ ਜਾਕਾ ਕਛੂ ਨਾ ਮੋਲ। ਇਹ ਜਿਹੜੇ ਕੀਮਤੀ ਗੁਣ ਰੂਪੀ ਰਤਨ ਨੇ, ਇਹ ਜਿਹੜੇ ਕੀਮਤੀ ਲਾਲ ਨੇ, ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਕੋਈ ਕੀਮਤ ਨਹੀਂ ਹੈ, ਕਿਸੇ ਕੀਮਤ ਤੇ ਖਰੀਦੇ ਨਹੀਂ ਜਾ ਸਕਦੇ, ਇਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦਾ। ਸੰਸਾਰਕ ਤੌਰ ਤੇ ਅਸੀਂ ਜੇ ਕੁਝ ਖਰੀਦਣਾ ਹੈ
ਅਸੀਂ ਕਹਿੰਦੇ ਆ ਜੀ ਇਹਦੇ ਦੱਸੋ ਕੀ ਕੀਮਤ ਹੈ, ਇਹਦੇ ਕਿੰਨੇ ਪੈਸੇ ਦੇਣੇ ਪੈਣਗੇ, ਪਰ ਇਹਨਾਂ ਰਤਨਾਂ ਦੀ, ਇਹਨਾਂ ਲਾਲਾਂ ਦੀ, ਇਹਨਾਂ ਗੁਣਾਂ ਦੀ ਕੋਈ ਕੀਮਤ ਨਹੀਂ ਹੈ। ਤੇ ਹੁਣ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਕੋਲ ਇਹ ਰਤਨ, ਜਿਨ੍ਹਾਂ ਦੇ ਕੋਲ ਇਹਨਾਂ ਰਤਨਾਂ ਦੀ ਕਮਾਈ ਸੀ, ਉਹਨਾਂ ਪਿਆਰੇ ਗੁਰਸਿੱਖਾਂ ਨੇ ਇਹਨਾਂ ਰਤਨਾਂ ਦੀ ਕਮਾਈ ਕਰਕੇ ਉਹਨਾਂ ਦੇ ਜੀਵਨ ਕਿਸ ਤਰ੍ਹਾਂ ਬਦਲੇ। ਮਤੀ ਦਾਸ ਇਹਨਾਂ ਰਤਨਾਂ ਦੀ ਕਮਾਈ ਕਰਦੇ ਨੇ ਤੇ ਸਿਰ ਤੇ ਆਰਾ ਤਰਵਾ ਲੈਂਦੇ ਆ। ਸਤੀ ਦਾਸ ਜੀ ਇਹਨਾਂ ਰਤਨਾਂ ਦੀ ਕਮਾਈ ਕਰਦੇ ਨੇ ਤੇ ਇਹਨਾਂ ਰਤਨਾਂ ਦੀ ਕਮਾਈ, ਕਿਉਂਕਿ ਲਾਲਚ ਬੜੇ ਤਰ੍ਹਾਂ ਦੇ ਦਿੱਤੇ ਗਏ, ਬਹੁਤ ਤਰ੍ਹਾਂ ਦੇ ਡਰਾਵੇ ਵੀ ਦਿੱਤੇ ਗਏ, ਪਰ ਗੁਰੂ ਕੇ ਸਿੱਖਾਂ ਨੇ ਇੱਕੋ ਗੱਲ ਕਹੀ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਆ। ਉਹਨਾਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਨੂੰ ਜਪਣ ਕਰਕੇ, ਜਪਜੀ ਸਾਹਿਬ ਦੀ ਬਾਣੀ ਦੇ ਸਿਧਾਂਤ ਹੋਣ ਕਰਕੇ, ਉਹਨਾਂ ਦੇ ਕੋਲ ਸੁਖਮਨੀ ਸਾਹਿਬ ਦੀ ਬਾਣੀ ਦੇ ਸਿਧਾਂਤ ਹੋਣ ਕਰਕੇ ਜੀਵਨ ਉਹਨਾਂ ਦੇ ਚੜ੍ਹਦੀ ਕਲਾ ਵਿੱਚ ਨੇ। ਬਾਣੀ ਪੜ੍ਹਦੇ ਨੇ, ਬਾਣੀ ਦੇ ਧਾਰਨੀ ਨੇ, ਤੇ ਇਸੇ ਕਾਰਨ ਕਰਕੇ ਜਿਸ ਵਕਤ ਆਰਾ ਚੱਲਦਾ ਹੈ ਤੇ ਮਤੀ ਦਾਸ ਜੀ ਚੜ੍ਹਦੀ ਕਲਾ ਵਿੱਚ ਨੇ, ਜਿਸ ਵਕਤ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾਈ ਜਾਂਦੀ ਹੈ, ਸਤੀ ਦਾਸ ਜੀ ਉਸ ਵਕਤ ਚੜ੍ਹਦੀ ਕਲਾ ਵਿੱਚ ਨੇ। ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਨੇ, ਕਿਉਂਕਿ ਕੀਮਤੀ ਰਤਨਾਂ ਦੇ ਕਰਕੇ ਉਹਨਾਂ ਦਾ ਜੀਵਨ ਵੀ ਰਤਨਾਂ ਵਰਗਾ ਕੀਮਤੀ ਹੋ ਗਿਆ ਤੇ ਸੰਸਾਰਕ ਤੌਰ ਤੇ ਉਹਨਾਂ ਨੇ ਖਰੀਦਣਾ ਚਾਹਿਆ, ਮਨਾਉਣਾ ਚਾਹਿਆ, ਪਰ ਉਹਨਾਂ ਨੇ ਕਿਸੇ ਵੀ ਕੀਮਤ ਤੇ ਧਰਮ ਨੂੰ ਛੱਡਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਗੁਰਸਿੱਖੀ ਕਮਾਈ ਹੈ ਤੇ ਇਸ ਕਮਾਈ ਨੂੰ ਸਾਰੇ ਨਹੀਂ ਕਰਦੇ, ਇਸ ਕਮਾਈ ਨੂੰ ਵਿਰਲੇ ਕਰਦੇ ਨੇ। ਭਰੇ ਭੰਡਾਰ ਅਖੂਟ ਅਤੋਲ, ਸਤਿਗੁਰੂ ਜੀ ਕਿਰਪਾ ਕਰੇ ਨੇ। ਇਹ ਜਿਹੜੇ ਨਾਮ ਦੇ ਭੰਡਾਰ ਨੇ, ਖਜ਼ਾਨੇ ਨੇ ਨਾ ਗੁਣਾਂ ਦੇ, ਸਤਿਗੁਰੂ ਜੀ ਕਹਿੰਦੇ ਇਹ ਖਜ਼ਾਨੇ ਦਾ ਭੰਡਾਰ ਕਦੀ ਮੁੱਕੇਗਾ ਨਹੀਂ। ਅਖੂਟ ਦਾ ਅਰਥ ਹੁੰਦਾ ਹੈ ਨਾ ਮੁੱਕਣ ਵਾਲਾ, ਅਤੋਲ ਜੋ ਤੋਲਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦਾ ਕੋਈ ਹੋਰ ਨਹੀਂ ਹੋ ਸਕਦਾ, ਜੋ ਕਦੀ ਮੁੱਕੇਗਾ ਹੀ ਨਹੀਂ, ਜੋ ਕਦੀ ਘਟੇਗਾ ਨਹੀਂ। ਤੇ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਬਾਣੀ ਦੇ ਵਿੱਚ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜਿੱਥੇ ਸੰਸਾਰਕ ਤੌਰ ਤੇ ਪਰਮਾਤਮਾ ਦੀਆਂ ਦਾਤਾਂ ਵਿੱਚ ਕਦੀ ਘਾਟਾਂ ਨਹੀਂ ਪੈਂਦੀਆਂ, ਉੱਥੇ ਇਸ ਨਾਮ ਦੇ ਕੀਮਤੀ ਰਤਨਾਂ ਵਿੱਚ ਵੀ ਘਾਟਾਂ ਨਹੀਂ ਪੈਂਦੀਆਂ ਤੇ ਇਹਨਾਂ ਦੀ ਕੋਈ ਕੀਮਤ ਨਹੀਂ ਦੇ ਸਕਦਾ। ਉਦਾਹਰਨ ਦੇ ਲਈ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਨੇ। ਵਜ਼ੀਰ ਖਾਨ ਇੱਕ ਪਾਸੇ ਹੈ, ਸਾਹਿਬਜ਼ਾਦੇ ਇੱਕ ਪਾਸੇ ਨੇ ਤੇ ਗੰਗੂ ਇੱਕ ਪਾਸੇ ਹੈ। ਦੌਲਤ ਤੇ ਸ਼ੋਹਰਤ ਵਿੱਚ ਵਜ਼ੀਰ ਖਾਨ ਬਹੁਤ ਵੱਡਾ ਹੈ, ਲੇਕਿਨ ਉਹਦੇ ਕੋਲ ਇਹ ਕੀਮਤੀ ਦੌਲਤ ਨਹੀਂ ਹੈਗੀ ਜਿਹੜੀ ਸਾਹਿਬਜ਼ਾਦਿਆਂ ਕੋਲ ਹੈ। ਇਸ ਕੀਮਤੀ ਦੌਲਤ ਕਰਕੇ, ਇਸ ਕੀਮਤੀ ਖਜ਼ਾਨੇ ਕਰਕੇ ਜਦੋਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਵਜ਼ੀਰ ਖਾਨ ਦੇ ਸਾਹਮਣੇ ਆਉਂਦੇ ਨੇ, ਵਜ਼ੀਰ ਖਾਨ ਡਰਨ ਲੱਗ ਪੈਂਦਾ ਹੈ। ਡਰਦਾ ਕਿਉਂ ਹੈ? ਵਜ਼ੀਰ ਖਾਨ ਨੇ ਇੱਕ ਗੱਲ ਕਹੀ। ਵਜ਼ੀਰ ਖਾਨ ਕਹਿੰਦਾ ਜਦੋਂ ਇਹ ਸਾਹਿਬਜ਼ਾਦੇ ਮੇਰੀ ਕਚਹਿਰੀ ਵਿੱਚ ਆਉਂਦੇ ਨੇ, ਜਦੋਂ ਮੈਂ ਇਹਨਾਂ ਨੂੰ ਦੇਖਦਾ ਤੇ ਤੱਕਦਾ, ਮੈਨੂੰ ਇਹਨਾਂ ਦੇ ਵਿੱਚ ਇਹ ਸਾਹਿਬਜ਼ਾਦੇ ਨਹੀਂ, ਇਹਨਾਂ ਵਿੱਚ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਦਿਖਾਈ ਦਿੰਦਾ ਹੈ। ਇਹਨਾਂ ਦੇ ਖਿਆਲ, ਇਹਨਾਂ ਦੀ ਸੋਚ। ਵਜ਼ੀਰ ਖਾਨ ਡਰਦਾ ਹੈ ਉਹਨਾਂ ਦੀ ਸੋਚ ਤੋਂ, ਲਾਲਚ ਦਿੰਦਾ ਹੈ। ਇੱਥੋਂ ਤੱਕ ਸਾਹਿਬਜ਼ਾਦੇ ਨੂੰ ਲਾਲਚ ਦਿੱਤੇ ਗਏ, ਦੇਖੋ ਤੁਸੀਂ ਧਰਮ ਛੱਡ ਦਿਓ, ਈਨ ਮੰਨ ਲਓ, ਤੇ ਇਸ ਦੇ ਬਦਲੇ ਵਿੱਚ ਜੇ ਤੁਸੀਂ ਧਰਮ ਛੱਡ ਦੋਗੇ, ਈਨ ਮੰਨ ਲਵੋਗੇ ਨਾ, ਤਾਂ ਇਸ ਦੇ ਬਦਲੇ ਵਿੱਚ ਤੁਸੀਂ ਜੋ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ। ਸ਼ੌਹਰਤ ਦਿੱਤੀ ਜਾਏਗੀ, ਦੌਲਤ ਦਿੱਤੀ ਜਾਏਗੀ। ਇੱਥੋਂ ਤੱਕ ਕਿਹਾ ਗਿਆ ਕਿ ਅਸੀਂ ਆਪਣੀਆਂ ਧੀਆਂ ਦੇ ਡੋਲੇ ਤੱਕ ਦੇ ਦਿਆਂਗੇ, ਤੁਹਾਡੇ ਨਾਲ ਆਪਣੀਆਂ ਬੱਚੀਆਂ ਦੇ ਨਿਕਾਹ ਤੱਕ ਕਰ ਦਿਆਂਗੇ। ਪਰ ਸਾਹਿਬਜ਼ਾਦਿਆਂ ਕੋਲ ਕੀਮਤੀ ਖਜ਼ਾਨਾ ਹੈ। ਜਿਸ ਵਕਤ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਆਉਂਦੇ ਨੇ, ਗੱਜ ਕੇ ਫਤਿਹ ਬੁਲਾਉਂਦੇ ਨੇ, ਵਜ਼ੀਰ ਖਾਨ ਡਰਦਾ ਤੇ ਕੰਬਦਾ ਹੈ। ਗੰਗੂ ਨੇ ਮੋਹਰਾਂ ਦਾ ਲਾਲਚ ਕੀਤਾ, ਲਾਲਚ ਵਿੱਚ ਆ ਕੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾਇਆ। ਅੱਜ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਮੋਹਰਾਂ ਦੇ ਲਾਲਚ ਵਿੱਚ ਆ ਕੇ ਮੋਹਰਾਂ ਲੈਣ ਵਾਸਤੇ, ਇਨਾਮ ਲੈਣ ਵਾਸਤੇ ਵੀ ਪਹੁੰਚਦਾ ਹੈ,
ਸਾਹਿਬਜ਼ਾਦੇ ਜਦੋਂ ਵਾਪਸ ਕਚਹਿਰੀ ਚੋਂ ਠੰਡੇ ਬੁਰਜ ਵੱਲ ਜਾਂਦੇ ਨੇ, ਅੱਜ ਗੰਗੂ ਆਪਣੀਆਂ ਅੱਖਾਂ ਨੂੰ ਨੀਵਾਂ ਕਰ ਲੈਂਦਾ ਹੈ। ਅੱਖਾਂ ਝੁਕ ਗਈਆਂ, ਸਾਹਿਬਜ਼ਾਦਿਆਂ ਨੂੰ ਵੇਖ ਨਹੀਂ ਪਾ ਰਿਹਾ, ਕਿਉਂਕਿ ਹਿਰਦਾ ਜਿਹੜਾ ਕਪਟ ਤੇ ਧੋਖੇ ਨਾਲ ਭਰਿਆ ਹੋਇਆ। ਸਾਹਿਬਜ਼ਾਦੇ ਉਮਰ 'ਚ ਛੋਟੇ ਨੇ, ਸਾਹਿਬਜ਼ਾਦਿਆਂ ਕੋਲ ਇੱਕੋ ਦੌਲਤ ਹੈ, ਉਹ ਹੈ ਨਾਮ ਦੀ, ਉਹ ਹੈ ਜਪਜੀ ਸਾਹਿਬ ਦੀ। ਤੇ ਜਿਸ ਵਕਤ ਨੀਹਾਂ 'ਚ ਖੜਾ ਕੀਤਾ ਜਾਂਦਾ ਹੈ ਨਾ, ਉਸ ਵਕਤ ਵੀ ਕਾਜ਼ੀ ਕਹਿੰਦੇ ਨੇ ਗੱਲ ਮੰਨ ਲਓ, ਅਜੇ ਵੀ ਤੁਹਾਡੇ ਕੋਲ ਸਮਾਂ ਹੈ। ਤੇ ਸਾਹਿਬਜ਼ਾਦੇ ਕਹਿੰਦੇ ਨਹੀਂ, ਤੁਸੀਂ ਜੋ ਕਰਨਾ ਹੈ ਕਰੋ, ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਹਾਂ। ਤੇ ਉਸ ਵਕਤ ਸੰਗਤ ਜੀ ਸਾਹਿਬਜ਼ਾਦਿਆਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ, ਜਪਜੀ ਸਾਹਿਬ ਦੀਆਂ ਪੰਕਤੀਆਂ ਪੜ੍ਹੀਆਂ ਨੇ। ਤੇ ਜਿਸ ਵਕਤ ਨੀਹਾਂ ਚਿਣੀਆਂ ਜਾ ਰਹੀਆਂ ਨੇ, ਛਾਤੀ ਤੱਕ ਆਈਆਂ, ਸਾਹ ਕੁੱਟੇ ਜਾ ਚੁੱਕੇ ਨੇ, ਉਸ ਵਕਤ ਵੀ ਸਾਹਿਬਜ਼ਾਦੇ ਪਾਠ ਕਰਦੇ ਹੋਏ ਗਾ ਰਹੇ ਨੇ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਖਜ਼ਾਨਾ ਉਹਨਾਂ ਕੋਲ ਸੀ, ਇਸੇ ਕਰਕੇ ਉਹ ਆਤਮਿਕ ਜੀਵਨ ਦੇ ਤੌਰ ਤੇ ਡੋਲੇ ਤੇ ਘਬਰਾਏ ਨਹੀਂ, ਸ਼ਹਾਦਤ ਦਾ ਜਾਮ ਪੀ ਗਏ। ਖਾਵੈਂ ਖਰਚੈਂ ਰਲ ਮਿਲ ਪਾਈ। ਸਤਿਗੁਰੂ ਜੀ ਕਹਿੰਦੇ ਇਸ ਖਜ਼ਾਨੇ ਨੂੰ ਤੁਸੀਂ ਸਭ ਨੇ ਮਿਲ ਕੇ ਇਸ ਦੀ ਵਰਤੋਂ ਕਰਨੀ ਹੈ ਆਪਣੇ ਜੀਵਨ ਦੇ ਅੰਦਰ। ਜਿੰਨਾ ਕੋਈ ਇਸ ਨੂੰ ਖਾਵੇਗਾ, ਖਾਣ ਦਾ ਮਤਲਬ ਕੀ ਹੈ, ਬਾਣੀ ਨੂੰ ਗ੍ਰਹਿਣ ਕਰੇਗਾ, ਬਾਣੀ ਨੂੰ ਜੀਵਨ 'ਚ ਧਾਰਨ ਕਰੇਗਾ, ਧਾਰਨ ਕਰਨ ਤੋਂ ਬਾਅਦ ਇਸ ਨੂੰ ਵਰਤਾਏਗਾ, ਵਰਤੇਗਾ। ਜਦੋਂ ਸਾਰੇ ਮਿਲ ਕੇ ਇਸ ਬਾਣੀ ਦੀ ਵਿਚਾਰ ਆਪ ਵੀ ਕਰਨਗੇ ਤੇ ਹੋਰਾਂ ਨੂੰ ਵੀ ਪ੍ਰੇਰਣਾ ਦੇਣਗੇ, ਤੇ ਸਤਿਗੁਰੂ ਜੀ ਕਹਿੰਦੇ ਇਸ ਖਜ਼ਾਨੇ ਦੀ ਵਡਿਆਈ ਹੈ, ਤੋਟ ਨਾ ਆਵੇ ਵੱਧਦੋ ਜਾਈ, ਇਹ ਘਟੇਗਾ ਨਹੀਂ, ਇਸ ਵਿੱਚ ਵਾਧਾ ਜ਼ਰੂਰ ਹੁੰਦਾ ਜਾਏਗਾ। ਇਹ ਖਜ਼ਾਨਾ ਵਾਧਾ ਜਾਏਗਾ, ਜਿਵੇਂ ਜਿਵੇਂ ਇਸ ਨੂੰ ਜਪਾਂਗੇ, ਜਿਵੇਂ ਜਿਵੇਂ ਇਸ ਨੂੰ ਧਾਰਨ ਕਰਾਂਗੇ, ਗੁਣਾਂ ਵਿੱਚ ਵਾਧਾ ਹੋਏਗਾ। ਅਕਾਲ ਪੁਰਖ ਪਰਮਾਤਮਾ ਦੇ ਗੁਣ ਹੋਰ ਜ਼ਿਆਦਾ ਵੱਧ ਜਾਣਗੇ। ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਸ ਨੇ ਆਪਣੇ ਭਾਗਾਂ ਦੇ ਵਿੱਚ, ਆਪਣੀ ਕਿਸਮਤ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਲਿਖਵਾ ਲਿਆ। ਲੇਖ ਲਿਖਵਾਉਣ ਦਾ ਮਤਲਬ ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਸੰਭਾਲਿਆ, ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਜੀਵਨ 'ਚ ਧਾਰਨ ਕਰ ਲਿਆ, ਤੇ ਸਮਝੋ ਉਹਨਾਂ ਨੇ ਆਪਣੇ ਲੇਖ ਬਣਾ ਲਏ, ਉਹਨਾਂ ਦੇ ਲੇਖ ਬਣ ਗਏ। ਬੱਚੇ ਦੇ ਲੇਖ ਬਣੇ ਪੜ੍ਹਾਈ ਕਰਕੇ, ਜੇਕਰ ਉਹ ਪੜ੍ਹਾਈ ਨਹੀਂ ਕਰੇਗਾ ਉਹਦਾ ਲੇਖ ਨਹੀਂ ਬਣੇਗਾ। ਤੇ ਸਾਡਾ ਭਾਗ, ਸਾਡੇ ਭਾਗ ਕਿਵੇਂ ਬਣਨਗੇ? ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਗੁਰਬਾਣੀ ਸੁਣ ਰਹੇ ਹਾਂ, ਬਾਣੀ ਗਾ ਰਹੇ ਹਾਂ, ਪੜ੍ਹ ਰਹੇ ਹਾਂ, ਇਹ ਸਾਡੇ ਭਾਗ ਬਣ ਰਹੇ ਨੇ, ਅਸੀਂ ਆਪਣੇ ਮੱਥੇ ਤੇ ਲੇਖ ਲਿਖਾ ਰਹੇ ਨੇ। ਇਸ ਤਰ੍ਹਾਂ ਇਹ ਸਾਧ ਸੰਗਤ ਕਰਨ ਦਾ ਲੇਖ ਸਾਡੇ ਭਾਗਾਂ ਵਿੱਚ ਲਿਖਿਆ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਵਸਾਇਆ ਤੇ ਧਾਰਨ ਕੀਤਾ ਹੈ। ਸੋ ਏਤ ਖਜ਼ਾਨੇ ਲਿਆ ਰਲਾਏ। ਤੇ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਨੂੰ, ਜਿਸ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੇ ਖਜ਼ਾਨੇ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰਕੇ ਉਸ ਮਨੁੱਖ ਨੂੰ ਇਸ ਖਜ਼ਾਨੇ ਦਾ ਸਾਂਝੀਵਾਲ ਬਣਾ ਲਿਆ। ਸਾਂਝੀਵਾਲ ਦਾ ਅਰਥ ਹੈ ਕਿ ਇਸ ਖਜ਼ਾਨੇ ਨੂੰ ਫਿਰ ਸੰਗਤ ਵਿੱਚ ਬੈਠ ਕੇ ਉਹ ਆਪ ਵੀ ਹਾਸਲ ਕਰਦਾ ਹੈ, ਲੈਂਦਾ ਹੈ ਤੇ ਹੋਰਾਂ ਨੂੰ ਵੀ ਵੰਡਦਾ ਹੈ। ਇਸ ਖਜ਼ਾਨੇ ਦੀ ਵਰਤੋਂ ਇਸ ਤਰ੍ਹਾਂ ਕਰਦਾ ਹੈ, ਆਪ ਜਪਦਾ ਹੈ, ਹੋਰਾਂ ਨੂੰ ਜਪਾਉਂਦਾ ਹੈ। ਸੰਗਤ ਜੀ, ਸਤਿਗੁਰੂ ਜੀ ਨੇ ਇਹ ਕੀਮਤੀ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਇਹ ਅਮੋਲਕ ਦਾਤ ਹੈ ਤੇ ਅਸੀਂ ਇਸ ਦਾਤ ਨੂੰ ਸੰਭਾਲਣਾ ਹੈ, ਇਸ ਦਾਤ ਨੂੰ ਅਸੀਂ ਵੰਡਣਾ ਹੈ। ਹਰ ਇੱਕ ਗੁਰੂ ਕਾ ਸਿੱਖ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਇਹ ਮੱਤ ਬਖਸ਼ੀ ਹੈ, ਹਰ ਇੱਕ ਗੁਰੂ ਕਾ ਸਿੱਖ ਆਪਣੇ ਆਪ ਨੂੰ ਗੁਰੂ ਕਾ ਸਿੱਖ ਜਾਣ ਕੇ ਇਹ ਸੇਵਾ ਨਿਭਾਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ ਸੰਗਤ ਵਿੱਚ ਵੰਡਣ ਦੀ ਮੈਨੂੰ ਦਾਤ ਬਖਸ਼ਿਓ, ਤਾਂ ਕਿ ਇਸ ਦਾਤ ਨੂੰ ਸੰਗਤ ਵਿੱਚ ਵੰਡਿਆ ਜਾ ਸਕੇ। ਇਹ ਅਰਦਾਸ ਆਪਾਂ ਸਭਨਾਂ ਨੇ ਮਿਲ ਕੇ ਕਰਨੀ ਹੈ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰਦੁਆਰਾ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਸਮੁੱਚੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ। ਆਓ ਜੀ ਫਤਿਹ ਨਾਲ ਸਾਂਝ ਪਾ ਕੇ
ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ